अर्जन बिघ्नन के नासक बिघ्नन के हारे गोबिंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोई तेग बहादुर परम कृपाला जी परम कृपाला श्री गुरु गोबिंद सिंह विशाला तारों तारा पार पुन पुन सीसा वाहिगुरु पुन पुन सीसा बंदों बार बार जगदीश एक ओंकारा सतगुरु ते प्रसाद सच हो वाहिगुरु जी की फतेह है विघ्न विनाशन जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप रहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा बजियो नगारा कूच को जीन तो रंगन पाए भयो त्यार डेरा सकल उतनाहन पतराए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी होई गुरु रूप गुरु खालसा साध संगत जीओ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਅੱਜ ਕਲਗੀਆਂ ਵਾਲੇ ਪਾਤਸ਼ਾਹ ਤੁੱਠੇ ਹਨ। ਅੱਜ ਦੇ ਦਿਨ ਵੈਸਾਖ ਭਲਾ ਸਾਖਾ ਵੇਸ ਕਰੇ। ਪਹਿਲੇ ਪਾਤਸ਼ਾਹ ਜੀ ਨੇ ਬਚਨ ਲਿਖਿਆ ਹੈ, ਵੈਸਾਖ ਦੇ ਅਰਥ ਕੀਤੇ ਨੇ ਆਪਣੀ ਬਾਣੀ ਵਿੱਚ। ਵੈਸਾਖ ਦਾ ਮਤਲਬ ਕੀ ਹੁੰਦਾ ਹੈ? ਸਾਖਾ ਮੈਨੇ ਟਾਹਣੀਆਂ, ਦਰਖਤ ਦੀਆਂ ਟਾਹਣੀਆਂ ਨੂੰ ਸਾਖਾ ਕਹਿੰਦੇ ਆਪਾਂ। ਵੈ ਮੈਨੇ ਖਿੜ ਗਈਆਂ, ਵਿਗਾਸ ਵਿੱਚ ਆ ਗਈਆਂ। ਜਦੋਂ ਪੱਤਾ ਪੱਤਾ ਖਿੜ ਜਾਂਦਾ ਹੈ, ਟਾਹਣੀਆਂ ਖਿੜ ਜਾਂਦੀਆਂ ਨੇ, ਬਨਾਸਪਤੀ ਖਿੜ ਜਾਂਦੀ ਹੈ, ਉਹ ਵੈਸਾਖ ਦਾ ਮਹੀਨਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਭਾਰਤ ਭੂਮੀ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਡੇ ਅੰਦਰ ਵੀ ਖਿੜਾ ਪੈਦਾ ਕਰ ਦਿੱਤਾ ਅਤੇ ਬਾਹਰ ਵੀ ਖਿੜਾ ਕਰ ਦਿੱਤਾ। ਰਤਾ ਸੱਚ ਨਾਮ ਤਲ ਹੀਰ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸਪਤ ਸੌਰੈ। ਜਿਹਦੀ ਵਾਸ਼ਨਾ ਦੇ ਨਾਲ ਸਾਰੀ ਬਨਾਸਪਤੀ ਖੁਸ਼ਬੂ ਵਾਲੀ ਹੋ ਗਈ, ਸੋ ਗੁਰ ਪਰਮਲ ਕਹੀਐ। ਉਹ ਚੰਦਨ ਸਰੂਪ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅੱਜ ਅੰਮ੍ਰਿਤ ਛਕਾਇਆ। ਕੁਝ ਸਮੇਂ ਲਈ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਧਰ ਕੇ ਆਪਾਂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸੁਣੀਏ, ਕਿਉਂਕਿ ਮਹਾਰਾਜ ਅੰਮ੍ਰਿਤ ਦੇ ਦਾਤੇ ਹਨ। ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੂਆ ਤੀਆ। ਇੱਕੋ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਐਸੇ ਰਹਿਬਰ ਹਨ ਜਿਨ੍ਹਾਂ ਨੇ ਸਾਨੂੰ ਸੱਚੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਅੰਮ੍ਰਿਤ ਦੇ ਕੇ ਅਮਰ ਕਰ ਦਿੱਤਾ। ਸੋ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਦਾ ਵਿਸਾਖੀ ਦਾ ਪੂਰਬ ਆਪਾਂ ਮਨਾ ਰਹੇ ਹਾਂ। ਇਹ ਜੋੜ ਮੇਲਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਦੀ ਬੇਨਤੀ ਮੰਨ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਰੰਭ ਕੀਤਾ ਸੀ। ਇਸ ਤੋਂ ਪਹਿਲਾਂ ਗੁਰੂ ਘਰ ਵਿੱਚ ਕੋਈ ਜੋੜ ਮੇਲਾ ਨਹੀਂ ਸੀ ਹੁੰਦਾ। ਪਹਿਲੀ ਪਾਤਸ਼ਾਹੀ ਦੇ ਸਮੇਂ, ਦੂਸਰੀ ਪਾਤਸ਼ਾਹੀ ਦੇ ਸਮੇਂ ਇਹ ਸੀ ਵੀ ਸੰਗਤਾਂ ਆਈ ਜਾਂਦੀਆਂ ਜਾਈ ਜਾਂਦੀਆਂ, ਪਰ ਕੋਈ ਵਿਸ਼ੇਸ਼ ਦਿਨ
ਸਾਰਾ ਪੰਥ ਇਕੱਠਾ ਹੋਵੇ, ਸਾਰੀਆਂ ਸੰਗਤਾਂ ਇੱਕ ਟਾਈਮ ਤੇ ਗੁਰੂ ਘਰ ਆ ਜਾਣ। ਐਸਾ ਵਿਸ਼ੇਸ਼ ਪੁਰਬ ਪਹਿਲਾਂ ਨਹੀਂ ਸੀ ਕੋਈ ਮਨਾਇਆ ਜਾਂਦਾ। ਬ੍ਰਹਮ ਗਿਆਨੀ ਭਾਈ ਪਾਰੋ ਜੀ ਨੇ, ਜੋ ਡੱਲਾ ਵਾਸੀ ਸਨ, ਤੀਸਰੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀਆਂ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਆਉਂਦੀਆਂ ਨੇ, ਕੋਈ ਸਾਵਣ ਦੇ ਮਹੀਨੇ, ਕੋਈ ਭਾਦੋਂ ਦੇ, ਕੋਈ ਅੱਸੂ ਦੇ, ਕੋਈ ਕੱਤਕ ਦੇ, ਕੋਈ ਜੇਠ ਦੇ, ਕੋਈ ਹਾੜ ਦੇ, ਪਰ ਮਹਾਰਾਜ ਸਾਰੇ ਇੱਕ ਟਾਈਮ ਇਕੱਠੇ ਆ ਜਾਣ ਤਾਂ ਉਹਨਾਂ ਨੂੰ ਆਪਸ ਵਿੱਚ ਮਿਲ ਕੇ ਇੱਕ ਦੂਜੀ ਨਾਲ ਭਾਈਚਾਰਾ ਵਧੇਗਾ, ਜਾਣ ਪਛਾਣ ਹੋਵੇਗੀ ਅਤੇ ਪੰਥ ਜਿਹੜਾ ਹੈ ਇੱਕ ਸੂਤਰ 'ਚ ਪਰੋਇਆ ਜਾਏਗਾ। ਸਤਿਗੁਰੂ ਪਾਤਸ਼ਾਹ ਨੇ ਕਿਹਾ, ਫਿਰ ਦੇਖੋ ਕਿਹੜਾ ਜੋੜ ਮੇਲਾ ਲਾਉਣਾ ਚਾਹੀਦਾ ਹੈ। ਕਹਿੰਦੇ ਮਹਾਰਾਜ ਵਿਸਾਖੀ ਆ ਰਹੀ ਹੈ ਨੇੜੇ, ਸ੍ਰੀ ਗੋਇੰਦਵਾਲ ਸਾਹਿਬ ਵਿਸਾਖੀ ਦਾ ਜੋੜ ਮੇਲਾ ਲਾਈਏ। ਤੀਸਰੇ ਪਾਤਸ਼ਾਹ ਦਾ ਹੁਕਮ ਲੈ ਕੇ ਭਾਈ ਪਾਰੋ ਜੀ ਨੇ ਹੁਕਮਨਾਮੇ ਲਿਖਵਾ ਕੇ ਦੇਸਾਂ ਪ੍ਰਦੇਸਾਂ 'ਚ ਭੇਜ ਦਿੱਤੇ। ਸੰਗਤਾਂ ਹੁਮਾ ਕੇ ਵਿਸਾਖੀ ਦੇ ਜੋੜ ਮੇਲੇ 'ਤੇ ਇਕੱਠੀਆਂ ਹੋਈਆਂ। ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰੂ ਪਾਤਸ਼ਾਹ ਹੁੰਦੇ ਸਨ, ਉੱਥੇ ਉੱਥੇ ਜੋੜ ਮੇਲੇ ਲੱਗਦੇ ਰਹੇ। 1699 ਦੀ ਵਿਸਾਖੀ ਦਾ ਜੋੜ ਮੇਲਾ ਸ੍ਰੀ ਅਨੰਦਪੁਰ ਸਾਹਿਬ ਸੀ, ਜਿਹਦੇ ਵਿੱਚ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ, 10ਵੇਂ ਪਾਤਸ਼ਾਹ ਜੀ ਨੇ। ਸੋ ਖਾਲਸਾ ਜੀ ਵਿਸਾਖੀ ਦਾ ਬਹੁਤ ਮਹੱਤਵ ਹੈ। ਇਹਦੇ 'ਤੇ ਆਪਾਂ ਬਹੁਤ ਲੰਮੀ ਜੋ ਵਿਚਾਰ ਕਰਨੀ ਹੈ, ਉਹ ਐਤਵਾਰ ਦੇ ਦੀਵਾਨਾਂ ਵਿੱਚ ਜਾਂ ਹੋਰ ਦੀਵਾਨਾਂ ਵਿੱਚ ਕਰ ਸਕਦੇ ਹਾਂ। ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ, ਹੁਣ ਉਹਦੇ ਨਾਲ ਜੁੜ ਜਾਈਏ। ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨਾਹਣ ਪਹੁੰਚੇ ਹਨ। ਰਾਜੇ ਨੇ ਬੜਾ ਭਰਵਾਂ ਸਵਾਗਤ ਕੀਤਾ ਹੈ, ਕਈ ਮੀਲ ਗੁਰੂ ਸਾਹਿਬ ਨੂੰ ਅੱਗੇ ਲੈਣ ਆਇਆ ਹੈ। ਸਾਰੇ ਸ਼ਹਿਰ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਹੈ। 10ਵੇਂ ਪਾਤਸ਼ਾਹ ਨਾਹਣ ਦੇ ਰਾਜ ਵਿੱਚ ਜਾ ਬੈਠੇ ਹਨ। 2 ਦਿਨ ਆਰਾਮ ਕਰਨ ਤੋਂ ਬਾਅਦ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਚੱਲ ਕੇ ਹੁਣ ਮੇਰਾ ਇਲਾਕਾ ਵੇਖੋ, ਜਿਹੜੀ ਥਾਂ ਤੁਹਾਨੂੰ ਪਸੰਦ ਆਵੇ ਉੱਥੇ ਆਪਣੇ ਚਰਨ ਟਿਕਾਓ, ਆਪਣਾ ਸ਼ਹਿਰ ਵਸਾਓ, ਧਰਤੀ ਨੂੰ ਭਾਗ ਲਾਓ। ਮਹਾਰਾਜ 10ਵੇਂ ਪਾਤਸ਼ਾਹ ਉਸ ਰਾਜੇ ਮੇਦਨੀ ਪ੍ਰਕਾਸ਼ ਦੇ ਸਾਰਮੌਰ ਦੇਸ਼ ਦੀ ਸੈਰ ਕਰ ਰਹੇ ਨੇ। ਅੱਜ ਦੇ ਪ੍ਰਸੰਗ ਵਿੱਚ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕੁਦਰਤ ਦਾ ਬੜਾ ਵਰਣਨ ਕਰਨਾ ਹੈ, ਕਿਉਂਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਕੁਦਰਤ ਵਿੱਚ ਵਸਦਾ ਹੈ। ਕਾਦਰ ਦੀ ਕੁਦਰਤ, ਉਹ ਪਰਮੇਸ਼ਰ ਦੇ ਰੰਗ ਸਤਿਗੁਰੂ ਦੱਸ ਰਹੇ ਨੇ। ਆਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਸੁਰਤੀ ਜੋੜ ਕੇ ਇਹ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਜਿਓ ਨਗਾਰਾ ਕੂਚ ਕੋ। ਮਹਾਰਾਜ ਸੱਚੇ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਕੂਚ ਦਾ ਨਗਾਰਾ ਵਜਾਇਆ ਹੈ। ਨਾਹਣ ਤੋਂ ਚਾਲੇ ਪਾਏ ਹਨ, ਜ਼ੀਨ ਤੁਰੰਗਨ ਪਾਏ। ਘੋੜਿਆਂ ਤੇ ਕਾਠੀਆਂ ਪੈ ਗਈਆਂ ਨੇ, ਸਾਰੀ ਫੌਜ ਤਿਆਰ ਪਰ ਤਿਆਰ ਹੋ ਕੇ ਚੜੀ ਹੈ। ਭਇਓ ਤਿਆਰ ਡੇਰਾ ਸਕਲ। ਮਹਾਰਾਜ ਦਾ ਸਾਰਾ ਹੀ ਡੇਰਾ, ਸਾਰਾ ਹੀ ਰਾਜ ਸਾਜ ਲੈ ਕੇ ਚੱਲ ਪਏ ਹਨ। ਨਾਹਣ ਪਤਰਾਏ। ਉਧਰ ਨਾਹਣ ਦਾ ਰਾਜਾ ਵੀ ਤਿਆਰ ਹੋਇਆ ਗੁਰੂ ਸਾਹਿਬ ਦੇ ਨਾਲ ਜਾਣ ਵਾਸਤੇ। ਮੇਦਨੀ ਪ੍ਰਕਾਸ਼ ਵੀ ਘੋੜੇ ਤੇ ਸਵਾਰ ਹੋਇਆ ਹੈ। ਕਬਿਤ ਖੇਲ ਬੇ ਅਖੇਰ ਕੋ ਸਮਾਜ ਰਾਜ ਲੀਨ ਪਾ। ਰਾਜੇ ਨੇ ਸ਼ਿਕਾਰ ਦਾ ਸਾਜੋ ਸਮਾਨ ਨਾਲ ਲਿਆ ਹੈ, ਕਿਉਂਕਿ ਰਾਜੇ ਮਹਾਰਾਜੇ ਸ਼ਿਕਾਰ ਖੇਡਦੇ ਸਨ। ਇਹ ਰਾਜਨੀਤੀ ਦਾ ਬਹੁਤ ਜ਼ਰੂਰੀ ਅੰਗ ਸੀ। ਕਹਿੰਦੇ ਆ ਜਦੋਂ ਭਗਤ ਪ੍ਰਹਿਲਾਦ ਜੀ ਉਹ ਰਾਜ ਤੇ ਆ ਗਏ, ਉਹਨਾਂ ਦਾ ਪਿਤਾ ਹਰਨਾਕਸ਼ ਸੀਗਾ, ਦੈਂਤਾਂ ਦੀ ਕੁਲ ਸੀਗੀ। ਜਦੋਂ ਪ੍ਰਹਿਲਾਦ ਜੀ ਰਾਜੇ ਬਣ ਗਏ, ਉਹਨਾਂ ਦਾ ਗ੍ਰਿਸਤ ਵੀ ਵਸ ਗਿਆ ਤੇ ਉਹਨਾਂ ਦਾ ਪੁੱਤਰ ਵਿਰੋਚਨ ਜਵਾਨ ਹੋ ਗਿਆ। ਜਦੋਂ ਪੁੱਤਰ ਵਿਰੋਚਨ ਜਵਾਨ ਹੋਇਆ ਤੇ ਇਹ ਪਿਓ ਬੁੱਢਾ ਹੋ ਗਿਆ, ਪ੍ਰਹਿਲਾਦ ਜੀ ਬਜ਼ੁਰਗ ਹੋ ਗਏ। ਆਪਣੇ ਪੁੱਤਰ ਵਿਰੋਚਨ ਨੂੰ ਆਪਣੀ ਥਾਂ ਤੇ ਟਿੱਕਾ ਦੇਣਾ ਸੀਗਾ। ਬਲੀ ਐਦ ਵੀ ਮੇਰੇ ਤੋਂ ਬਾਅਦ ਜੇ ਮੈਨੂੰ ਕੁਝ ਹਰਜ ਮਰਜ ਹੋ ਜਾਵੇ, ਮੇਰਾ ਪੁੱਤਰ ਬਾਦਸ਼ਾਹ ਬਣੇਗਾ, ਰਾਜਾ ਬਣੇਗਾ। ਜਦੋਂ ਉਹਨੂੰ ਟਿੱਕਾ ਲਾ ਦਿੱਤਾ ਤੇ ਉਹਨੇ ਆਪਣੇ ਪਿਤਾ ਨੂੰ ਪੁੱਛਿਆ, ਪਿਤਾ ਜੀ ਮੈਂ ਰਾਜ ਕਾਜ ਦਾ ਕੰਮ ਕਿੱਥੋਂ ਸ਼ੁਰੂ ਕਰਾਂ, ਪਹਿਲੀ ਡਿਊਟੀ ਕੀ ਹੈ? ਤੇ ਪਿਤਾ ਕਹਿਣ ਲੱਗਾ, ਇਹ ਆਪਣੇ ਗੁਰੂ ਸ਼ੁਕਰਾਚਾਰਿਆ ਜੀ ਨੂੰ ਪੁੱਛੋ, ਜਿਹੜੇ ਦੈਂਤਾਂ ਦੀ ਕੁਲ ਦੇ ਗੁਰੂ ਸਨ। ਉਹਨੇ ਜਾ ਕੇ ਗੁਰਦੇਵ ਨੂੰ ਆਖਿਆ, ਗੁਰੂ ਜੀ
ਰਾਜ ਕਾਜ ਦਾ ਕੰਮ ਸ਼ੁਰੂ ਕਰਨਾ, ਕਿੱਥੋਂ ਸ਼ੁਰੂ ਕਰੀਏ? ਉਹ ਕਹਿਣ ਲੱਗੇ ਪਹਿਲਾ ਕੰਮ ਸ਼ਿਕਾਰ ਖੇਡਣਾ ਹੈ ਰਾਜੇ ਦਾ, ਕਿ ਜੇ ਰਾਜਾ ਬਣਨਾ ਤਾਂ ਇਹ ਸ਼ਸਤਰ ਚਲਾਣੇ ਸਿੱਖਣੇ ਪੈਣੇ ਆ। ਤੋ ਰਾਜਾ ਇਹ ਗੱਲ ਸੁਣ ਕੇ ਗੁਰੂ ਦੀ, ਤੇ ਜਿਹੜੇ ਭਗਤ ਪ੍ਰਹਲਾਦ ਸੀ ਉਹ ਥੋੜੇ ਸ਼ਾਂਤ ਬਿਰਤੀ ਵਾਲੇ ਸਨ, ਸਾਧੂ ਬਿਰਤੀ ਵਾਲੇ ਸਨ, ਉਹ ਥੋੜੇ ਹੈਰਾਨ ਜੇ ਹੋਏ ਵੀ ਮੇਰੇ ਪੁੱਤਰ ਨੂੰ ਕਿਹੜੇ ਕੰਮ ਲਾਉਣ ਲੱਗੇ ਆ। ਉਹ ਕਹਿਣ ਲੱਗਾ ਗੁਰਦੇਵ ਕੋਈ ਹੋਰ ਕੰਮ ਨਹੀਂ ਹੈ? ਕਹਿੰਦੇ ਨਹੀਂ, ਜਿੰਨਾ ਚਿਰ ਸ਼ਸਤਰ ਨਹੀਂ ਚਲਾ ਸਕਦਾ, ਜੰਗ ਨਹੀਂ ਲੜ ਸਕਦਾ, ਇਹ ਰਾਜ ਨਹੀਂ ਕਰ ਸਕਦਾ। ਸੋ ਖੇਲ ਵੇ ਅਖੇਰ ਕੋ ਸਮਾਜ ਰਾਜ ਲੀਨ ਬਾਜ। ਰਾਜਾ ਘੋੜੇ ਤੇ ਸਵਾਰ ਹੋਇਆ ਤੇ ਸ਼ਿਕਾਰ ਦਾ ਸਾਜੋ ਸਮਾਨ ਨਾਲ ਲਿਆ ਹੈ। ਬਾਜ ਪੈ ਅਰੂੜ ਹੋਵੇ ਗੁਰੂ ਕੇ ਤੀਰ ਆਏ। ਘੋੜੇ ਤੇ ਸਵਾਰ ਹੋ ਕੇ ਮੇਦਨੀ ਪ੍ਰਕਾਸ਼ ਕਲਗੀਧਰ ਪਾਤਸ਼ਾਹ ਦੇ ਕੋਲ ਆ ਗਿਆ ਹੈ। ਪਦ ਬੰਦਨਾ ਆਨੰਦ ਹੋਵੇ ਮੁਕੰਦ ਜਾਨ। ਮੁਕਤੀ ਦਾਤੇ ਲੋਕ ਪਰਲੋਕ ਦੇ ਰੱਖਿਅਕ ਜਾਣ ਕੇ ਕਲਗੀਧਰ ਦੇ ਚਰਨਾਂ 'ਚ ਮੱਥਾ ਟੇਕਿਆ ਰਾਜੇ ਮੇਦਨੀ ਪ੍ਰਕਾਸ਼ ਨੇ। ਜੜੇ ਪ੍ਰਭ ਬਾਹਾਂ ਕਰ ਧੁੰਦ ਕੋ ਚਲਾਇਓ ਹੈ। ਤੇ ਸਤਿਗੁਰੂ ਆਪਣੇ ਨੀਲੇ ਤੇ ਸਵਾਰ ਹੋਏ ਨੇ ਤੇ ਘੋੜੇ ਨੂੰ ਅੱਡੀ ਲਾਈ ਆ। ਘੋੜਾ ਤੇਜ਼ ਤਰਾਰ ਹੋ ਕੇ ਤੁਰਿਆ ਹੈ। ਬਾਜਤ ਨਗਾਰੇ ਗੇਰ ਭਾਰੇ ਭਾਰੇ ਨਾਦਤ ਹੈ। ਜਦੋਂ ਨਗਾਰੇ ਵੱਜੇ ਨੇ, ਰਣਜੀਤ ਨਗਾਰਿਆਂ ਤੇ ਚੋਭਾਂ ਲੱਗੀਆਂ ਨੇ ਤੇ 22 ਧਾਰ ਦੀਆਂ ਪਹਾੜੀਆਂ ਗੂੰਜੀਆਂ ਨੇ। ਕਾਨਨ ਪਧਾਰੇ ਗਨ ਪਾਦਪ ਸੁਹਾਇਓ ਹੈ। ਨਾਨ ਦੇ ਪਹਾੜਾਂ ਵਿੱਚ ਸਤਿਗੁਰੂ ਜੰਗਲਾਂ 'ਚ ਗਏ ਨੇ। ਬੜੇ ਬੜੇ ਸੋਹਣੇ ਦਰਖਤ ਨੇ। ਹੁਣ ਕਵੀਰਾਜ ਭਾਈ ਸਾਹਿਬ ਜੀ ਜੰਗਲ ਦਾ ਵਰਣਨ ਕਰਨਗੇ ਵੀ ਜੰਗਲ ਕਿੱਦਾਂ ਦਾ ਸੀ, ਕਿੱਦਾਂ ਦੇ ਦਰਖਤ ਸਨ, ਕਿੱਦਾਂ ਦੇ ਫਲਦਾਰ ਬੂਟੇ ਸਨ। ਭਾਈ ਸਾਹਿਬ ਕਹਿੰਦੇ ਕਾਨਨ ਪਧਾਰੇ ਗਨ ਪਾਦਪ ਸੁਹਾਇਓ। ਪਾਦਮ ਮੈਨੇ ਬੂਟੇ ਦਰਖਤ ਬੜੇ ਸੋਭਾ ਪਾ ਰਹੇ ਹਨ। ਮ੍ਰਿਗ ਕੋ ਪ੍ਰਹਾਰੇ ਛੋਰ ਤੂਪਕ ਪ੍ਰਹਾਰੇ ਕੇਈ। ਸਤਿਗੁਰੂ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਲੱਗ ਪਏ ਹਨ। ਮਿਰਗਾਂ ਦਾ ਗੋਲੀ ਦੇ ਨਾਲ ਸ਼ਿਕਾਰ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰੂ ਬਾਣ ਮਾਰੇ ਨਹੀਂ ਕਉ ਜਾਨ ਪਾਇਓ ਹੈ। ਜਿਨ੍ਹਾਂ ਜਾਨਵਰਾਂ ਨੂੰ ਗੁਰੂ ਸਾਹਿਬ ਨਿਸ਼ਾਨੇ ਤੇ ਲੈਂਦੇ ਹਨ, ਭਾਵੇਂ ਤੀਰ ਦੇ ਨਾਲ ਤੇ ਭਾਵੇਂ ਗੋਲੀ ਦੇ ਨਾਲ, ਉਹ ਜਾਣੇ ਨਹੀਂ ਪਾਉਂਦਾ। ਗੁਰੂ ਸਾਹਿਬ ਦਾ ਨਿਸ਼ਾਨਾ ਉੱਕਦਾ ਨਹੀਂ ਹੈ। ਕਹਿੰਦੇ ਬੜੇ ਬੜੇ ਸੋਹਣੇ ਪਹਾੜਾਂ ਦੇ ਥੱਲੇ ਬੜੇ ਬੜੇ ਸੋਹਣੇ ਦਰਖਤ ਹਨ, ਹਰੇ ਹਰੇ। ਬਾਟ ਆਰ ਪੀਪਰ ਬਰਨ ਪਰ ਜਲ ਹੈ। ਕਹਿੰਦੇ ਬੋੜ ਤੇ ਪਿੱਪਲਾਂ ਦੇ ਰੰਗ ਰੰਗ ਦੇ ਸੋਹਣੇ ਦਰਖਤ ਹਨ। ਹਰੜ ਬਹੇੜੇ ਖੇਰੇ ਆਵਰੇ ਉਚੇਰੇ ਪੀ। ਕਿਤੇ ਹਰੜਾਂ ਦੇ ਬੂਟੇ ਹਨ, ਕਿਤੇ ਬਹੇੜਿਆਂ ਦੇ ਹਨ, ਕਿਤੇ ਆਵਲੇ ਉੱਚੇ ਉੱਚੇ ਖੜੇ ਹਨ। ਸਯੰਦਨ ਬਡੇਰੇ ਬਕ ਨੇਰੇ ਕ੍ਰਿਤ ਮਾਲ ਹੈ। ਔਰ ਕਿਤੇ ਤੂਣ ਦੇ ਦਰਖਤ ਹਨ ਵੱਡੇ ਵੱਡੇ, ਤੇ ਕਿਤੇ ਅੰਬਲਤਾਸ ਦੇ ਬੂਟੇ ਹਨ। ਕਦਰ ਖਦਰ ਗਨ ਕਦਲੀ ਕਟਰ ਜੰਬੂ। ਕਦਰ ਖੈਰ ਨੂੰ ਕਹਿੰਦੇ ਹੁਣ ਤਾਂ ਪੰਜਾਬ ਦੇ ਵਿੱਚ ਉਹ ਬੋਲੀ ਖਤਮ ਹੋ ਗਈ ਹੈ ਜਿਹੜੀ ਸਾਡੇ ਬਜ਼ੁਰਗ ਬੋਲਿਆ ਕਰਦੇ ਨੇ। ਖੈਰ, ਚਿੱਟੀ ਖੈਰ ਤੇ ਕੇਲੇ ਤੇ ਕਟਲ ਜਿਹੜੇ ਖਾਣ ਦੀ ਸਬਜ਼ੀ ਵੀ ਬਣਦੀ ਹੈ, ਤੇ ਜਾਮਨੂ ਦੇ ਬੂਟੇ ਹਨ। ਸਿੰਸਮਕ ਦੰਬ ਸਮ ਧੂਕ ਕਚ ਨਾਲ ਹੈ। ਔਰ ਟਾਹਲੀ ਦੇ ਬੜੇ ਸੋਹਣੇ ਦਰਖਤ ਹਨ, ਤੇ ਕਦੰਬ ਜਿਹਦੇ ਸਾਧ ਸੰਗਤ ਜੀ ਬਰਸਾਤ 'ਚ ਗੋਲ ਗੋਲ ਪੀਲੇ ਫੁੱਲ ਲੱਗਦੇ ਹਨ, ਉਹ ਵੀ ਹਨ। ਸੋ ਏਕ ਨਾਲ ਉਦਾਲਕ ਰਸਾਲ ਹੈ। ਕਹਿੰਦੇ ਬੜੇ ਸੋਹਣੇ ਇੱਕ ਲਾਈਨ ਦੇ ਵਿੱਚ ਲੱਗੇ ਹੋਏ ਬੂਟੇ ਹਨ। ਕਿਤੇ ਅੰਬਾਂ ਦੇ ਬੂਟੇ ਹਨ, ਕਿਤੇ ਉਦਾਲਕ ਦੇ ਬੂਟੇ ਹਨ, ਲਸੂੜੀ ਦੇ। ਸਰਲ ਦਿਹੀ ਸਾਲ ਹੈ ਕਨੇਰੇ ਫੁੱਲ ਮਾਲ ਹੈ। ਕਿਤੇ ਸਿੱਧੇ ਸਿੱਧੇ ਉੱਚੇ ਉੱਚੇ ਬੜੇ ਸੋਹਣੇ ਦਰਖਤ ਹਨ, ਤੇ ਫੁੱਲ ਪਾਲ ਖਿੜੇ ਹੋਏ ਹਨ। ਫਲੇ ਫਲ ਫੁੱਲ ਨਸੋ ਝੁਕੇ ਚੁਪ ਝੂਲ ਨਸੋ। ਕਿ ਫਲ ਫੁੱਲਾਂ ਨਾਲ ਫੁੱਲੇ ਹੋਏ ਹਨ, ਤੇ ਦਰਖਤ ਲੱਦੇ ਹੋਏ ਝੂਲ ਰਹੇ ਹਨ। ਦਰਖਤ ਗਾੜੇ ਤੀਨ ਮੂਲਨ ਸੋ ਖਰੇ ਇੱਕ ਸਾਰ ਹੈ। ਗਾੜੇ ਪੀਨ ਮੂਲਨ ਸੋ ਕਹਿੰਦੇ ਜਿਨ੍ਹਾਂ ਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਨੇ, ਇਸ ਤਰ੍ਹਾਂ ਦੇ ਇੱਕ ਸਾਰ ਦਰਖਤ ਖਲੋਤੇ ਹਨ ਜੰਗਲ ਦੇ ਵਿੱਚ। ਪਾਤਨ ਨਿਪਾਤ ਹੈ ਅਨੇਕ ਪਾਤ ਜਾਤ ਹੈ। ਜਿਨ੍ਹਾਂ ਦੇ ਪੱਤੇ ਹਵਾ ਨਾਲ ਖੜਕ ਕੇ ਥੱਲੇ ਡਿੱਗਦੇ ਹਨ। ਅਨੇਕ ਜਾਤ ਪਾਤ ਹੈ, ਅਨੇਕਾਂ ਜਾਤਾਂ ਪਾਤਾਂ ਦੇ। ਕਵੀਰਾਜ ਭਾਈ ਸੰਤੋਖ ਸਿੰਘ ਦੀ ਖੂਬੀ ਹੈ ਵੀ ਜਿਹੜੀ ਗੱਲ ਕਰਨ ਲੱਗਦੇ ਆ ਫਿਰ ਸਿਰੇ ਲਾ ਦਿੰਦੇ ਆ। ਹੁਣ ਦਰਖਤਾਂ ਦਾ ਵਰਣਨ ਕਰਨ ਲੱਗਿਆ, ਜੰਗਲ ਦਾ ਵਰਣਨ ਕਰਦੇ ਆ ਵੀ ਜੰਗਲ ਦੇ ਦਰਸ਼ਨ ਕਰ ਲਓ। ਇਹ ਕਥਾ ਵਿੱਚ ਹੀ ਫਿਲਮ ਬਣ ਰਹੀ ਹੈ ਸਾਧ ਸੰਗਤ ਜੀ। ਸਾਨੂੰ ਹੋਰ ਫਿਲਮਾਂ ਬਣਾਉਣ ਦੀ ਲੋੜ ਨਹੀਂ ਜੇ ਸਾਰੀ ਸੂਰਜ ਪ੍ਰਕਾਸ਼ ਦੀ ਕਥਾ ਸਹੀ ਮਾਇਨੇ 'ਚ ਸੁਣ ਲਈਏ। ਤੇ ਇਹਦੇ ਵਿੱਚ ਹੀ ਸਾਰੀ 10 ਪਾਤਸ਼ਾਹੀਆਂ ਦੀ ਸਾਰੀ ਇਹ ਫਿਲਮ ਹੀ ਬਣੀ ਹੋਈ ਹੈ। ਜਿੱਦਾਂ ਜਿੱਦਾਂ ਨਕਸ਼ਾ ਕੁਦਰਤ ਦਾ ਸੀਗਾ, ਉਹ ਕਵੀ ਜੀ ਕਹਿ ਰਹੇ ਨੇ, ਕਹਿੰਦੇ ਪਾਤਨ ਨਿਪਾਤ ਹੈ, ਪੱਤੇ ਟੁੱਟ ਟੁੱਟ ਕੇ ਡਿੱਗਦੇ ਹਨ। ਅਨੇਕਾਂ ਜਾਤਾਂ ਪਾਤਾਂ ਦੇ ਦਰਖਤ ਹਨ। ਦੀਪਤ ਬਹੁ ਭਾਂਤ ਹੈ ਸੋ ਆਰੂ ਤੇ ਅਨਾਰ ਹੈ। ਕਹਿੰਦੇ ਭਾਂਤ ਭਾਂਤ ਦੇ ਆੜੂਆਂ ਦੇ ਬੂਟੇ ਨੇ ਤੇ ਅਨਾਰਾਂ ਦੇ ਬੂਟੇ ਨੇ। ਬਾਤ ਬੋਧ ਤਿੰਦਕ ਸਪਤ ਦਲ ਸਿੰਧਕ ਹੈ। ਇੱਕ ਛਿਛਰਾ ਹੁੰਦਾ, ਇਹਨੂੰ ਪਲਾਸ ਢੱਕ ਵੀ ਕਹਿੰਦੇ ਹਨ।
ਔਰ ਤੇਂਦੂ ਦਾ ਬੂਟਾ ਹੈ, ਆਬਨੂਸ ਦੇ ਬੂਟੇ ਹਨ। ਹਿੰਗੂ ਦੀ ਉਦਾਲਕ ਤਿਲਕ ਦੇਵਦਾਰ ਹੈ। ਹਿੰਗੋਟ ਦੇ ਬੂਟੇ ਹਨ, ਉਦਾਲਕ ਦੇ ਬੂਟੇ ਹਨ ਤੇ ਦੇਵਦਾਰ ਦੇ ਬੂਟੇ ਹਨ। ਵਦੇ ਸਮੂਹ ਡਾਰ ਹੈ ਅਧਿਕ ਵਿਸਤਾਰ ਹੈ। ਕਹਿੰਦੇ ਬੜੇ ਵੱਡੇ ਵੱਡੇ ਉਹਨਾਂ ਦੇ ਡਾਲ ਦਰਖਤ ਵਧੇ ਹੋਏ ਨੇ ਤੇ ਉਹਨਾਂ ਦੀਆਂ ਡਾਲੀਆਂ ਦੇ ਉੱਤੇ ਬੜੇ ਸੋਹਣੇ ਪੱਤੇ ਨੇ, ਵਿਸਥਾਰ ਹੈ ਬਹੁਤ ਸੋਹਣਾ। ਬਹਿ ਸੁਬਹ ਬਾਰ ਹੈ ਵਿਸਾਲ ਗੁਲਜ਼ਾਰ ਹੈ। ਆ ਬੜੀ ਸੋਹਣੀ ਹਵਾ ਚੱਲਦੀ ਹੈ ਤੇ ਉਹਨਾਂ ਫੁੱਲਾਂ ਨਾਲ ਤੇ ਫਲਾਂ ਨਾਲ ਖਹਿ ਖਹਿ ਕੇ ਆਉਂਦੀ ਆ। ਜਿਹੜੀ ਹਵਾ ਹੈ ਨਾ ਉਹ ਵੀ ਸੁਗੰਧੀ ਵਾਲੀ ਹੋ ਜਾਂਦੀ ਹੈ, ਉਹ ਵੀ ਖੁਸ਼ਬੂਦਾਰ ਆਉਂਦੀ ਹੈ। ਸਵਈਆ ਕੋਰਨ ਕੇ ਮੁਖ ਚਮਕਲੇ। ਕਹਿੰਦੇ ਕਲੀਆਂ ਦੇ ਮੁਖ ਖਿੜੇ ਹੋਏ ਹਨ। ਬਿਕਸੇ ਰੰਗ ਫੂਲਨ ਕੋਰਨ ਕੇ। ਰੰਗ ਰੰਗ ਦੇ ਫੁੱਲ ਖਿੜੇ ਹੋਏ ਹਨ। ਕੋਰਨ ਕੇ ਤਰ ਧਾਤਰ ਰਾਜ। ਕਲੀਆਂ ਵਾਲੇ ਸੋਹਣੇ ਸੋਹਣੇ ਦਰਖਤ ਸੋਭਾ ਪਾ ਰਹੇ ਹਨ। ਬਾਜਤ ਪਾਦ ਪਤੇਰਨ ਕੇ। ਤੋਰਨ ਕੇ ਕਹਿੰਦੇ ਪੱਤੇ ਜਿਹੜੇ ਆਪਸ ਚ ਖੜਕਦੇ ਹਨ। ਤੋਰਨ ਕੇ ਨਹਦਾਏ ਵੱਡੇ। ਐਨੇ ਉੱਚੇ ਨੇ ਵੀ ਹੱਥ ਨਾਲ ਕਹਿੰਦੇ ਤੋੜੇ ਨਹੀਂ ਜਾਂਦੇ, ਤੋੜਨ ਕੇ ਤੋੜਨ ਦੇ ਦਾਜ ਨਹੀਂ ਆਉਂਦੇ, ਉੱਚੇ ਉੱਚੇ ਹਨ। ਫਲ ਬੂਟ ਵਿਸਾਲ ਬਿਜੋਰਨ ਕੇ। ਕਹਿੰਦੇ ਬਜੌਰਾਂ ਦੇ ਬੜੇ ਸੋਹਣੇ ਫਲ ਤੇ ਬੂਟੇ ਹਨ। ਜੋਰਨ ਕੇ ਸਿਖਰੇ ਜਨ ਗੁੰਦਤ। ਕਹਿੰਦੇ ਮਾਨੋ ਦਰਖਤਾਂ ਦੇ ਸਿਖਰ ਦੇ ਉੱਤੇ ਜੋੜ ਕੁਦਰਤ ਨੇ ਜੋੜੇ ਹੋਏ ਹਨ। ਵਾਯੂ ਕੇ ਬੇਗ ਅਕੋਰਨ ਕੀ। ਮਾਨੋ ਜਦੋਂ ਹਵਾ ਆਵੇਗੀ ਤੇ ਹਵਾ ਹੀ ਤੋੜੇਗੀ ਉਹਨਾਂ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਉੱਚੇ ਨੇ ਵੀ ਬੰਦੇ ਦਾ ਹੱਥ ਨਹੀਂ ਅੱਪੜ ਸਕਦਾ। ਵਾਯੂ ਕੇ ਬੇਗ, ਜਦੋਂ ਹਵਾ ਤੇਜ਼ ਆਵੇਗੀ ਤੇ ਅਕੋਰਨ ਕੇ ਇਹ ਦਰਖਤ ਹਵਾ ਨੂੰ ਆਪਣਾ ਭੇਟਾ ਦੇਣਗੇ, ਅਕੋਰ ਦੇਣਗੇ ਵੀ ਲਓ ਆ ਸਾਡੇ ਫਲ ਹਵਾ ਪਵਨ ਦੇਵਤਾ ਤੂੰ ਲੈ ਲੈ। ਤੇ ਉਹ ਐਸੇ ਬੂਟੇ ਹਨ, ਐਸੇ ਦਰਖਤ ਹਨ। ਚਿੱਤਰ ਪਦਾ ਛੰਦ ਮੋਰ ਵਿਸਾਲ ਅਨੇਕ ਬਿਹੰਗ। ਕਹਿੰਦੇ ਮੋਰ ਵੱਡੇ ਵੱਡੇ ਹਨ, ਪਹਿਲਾਂ ਪਾਉਂਦੇ ਹਨ ਤੇ ਗੀਤ ਗਾਉਂਦੇ ਹਨ, ਬੜੇ ਪੰਛੀ ਹਨ। ਕਬੂਤਰ ਕੋਕਿਲ ਕੀਰ ਅਘੋ। ਕਬੂਤਰ ਹਨ, ਕੋਇਲਾਂ ਕੂਕਦੀਆਂ ਨੇ ਤੇ ਤੋਤੇ ਆਪਣੇ ਰਾਗ ਅਲਾਪਦੇ ਨੇ। ਧੋਰਨ ਦੇ ਕਨ ਬੋਲ ਉਠਹਿ ਪਿਕ। ਜਦੋਂ ਬੱਦਲ ਗਰਜਦੇ ਨੇ ਤੇ ਕੋਇਲਾਂ ਕੂਕਣਾ ਸ਼ੁਰੂ ਕਰ ਦਿੰਦੀਆਂ ਨੇ। ਚਾਤਰਿਕ ਆਚਕ ਵਾਨਨ ਸ਼ੋ। ਔਰ ਪਪੀਹੇ ਜਿਹੜੇ ਨੇ ਉਹ ਆਪਣੀ ਬੜੀ ਸੋਹਣੀ ਆਵਾਜ਼ ਦੇ ਵਿੱਚ ਪ੍ਰਿਓ 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 ਦੀ ਟੇਰ ਲਾਈ ਬੈਠੇ ਨੇ। ਸੋ ਰਹਿ ਸੇਵਤ ਕਾਨਨ ਕੋ। ਕਹਿੰਦੇ ਉਹ ਜਿਹੜੇ ਜੰਗਲ ਦੇ ਜਾਨਵਰ ਨੇ, ਜੰਗਲ ਦੇ ਦਰਖਤ ਪੰਛੀ ਨੇ, ਉਹ ਜੰਗਲ ਵਿੱਚ ਹੀ ਰਹਿੰਦੇ ਨੇ। ਉਹਨਾਂ ਦਾ ਘਰ ਸ਼ਹਿਰਾਂ ਪਿੰਡਾਂ ਵਿੱਚ ਨਹੀਂ ਹੈ। ਉਹ ਜੰਗਲ ਹੀ ਉਹਨਾਂ ਦਾ ਦੇਸ਼ ਹੈ, ਜੰਗਲ ਹੀ ਉਹਨਾਂ ਦਾ ਘਰ ਹੈ, ਜੰਗਲ ਹੀ ਉਹਨਾਂ ਦਾ ਵਾਸਾ ਹੈ। ਨਿਤ ਦੰਪਤ ਕੀ ਮਿਲ ਕੈ ਬਰ ਜੋ। ਨਰ ਤੇ ਮਾਦਾ ਦੋਵੇਂ ਜੀ, ਕਬੂਤਰੀ ਤੇ ਕਬੂਤਰ, ਮੋਰ ਤੇ ਮੋਰਨੀ, ਤੋਤਾ ਤੇ ਤੋਤੀ, ਕਹਿੰਦੇ ਆਪਣੇ ਆਪਣੇ ਜੋੜਿਆਂ ਨਾਲ ਆਪਣੀਆਂ ਆਪਣੀਆਂ ਟਾਹਣੀਆਂ ਤੇ ਬੈਠੇ ਗੀਤ ਗਾ ਰਹੇ ਨੇ। ਹੋਰ ਕਰੇ ਰਵ ਕੁੰਜਤ ਹੈ। ਉੱਚੀ ਉੱਚੀ ਆਵਾਜ਼ ਵਿੱਚ ਕੂੰਜਾਂ ਆਵਾਜ਼ਾਂ ਕੱਢਦੇ ਨੇ। ਤੁਝ ਪੂਜਤ ਬੈਠਤ ਹੈ ਪਰਮੋ। ਔਰ ਸਿਰ ਮੋੜ ਮੋੜ ਕੇ ਬੈਠਦੇ ਨੇ ਤੇ ਆਪਣੇ ਆਨੰਦ ਦੇ ਨਾਲ ਉਹ ਟਾਹਣਿਆਂ ਦੇ ਉੱਤੇ ਕਲੋਲਾਂ ਕਰਦੇ ਨੇ। ਦਾਇਕ ਜੇ ਸੁਖ ਸੁੰਦਰ ਹੈ ਮੁਖ। ਜਿਹੜੇ ਸੁਖ ਦੇਣ ਵਾਲੇ ਨੇ, ਜਿਨ੍ਹਾਂ ਦਾ ਮੂੰਹ ਬੜਾ ਸੋਹਣਾ ਹੈ। ਹੀਨ ਰਹਿ ਦੁਖ ਤੇ ਹਰ ਖਾਏ। ਉਹਨਾਂ ਨੂੰ ਕੋਈ ਦੁੱਖ ਨਹੀਂ, ਜੰਗਲ ਦੇ ਵਿੱਚ ਆਨੰਦ ਰਹਿੰਦੇ ਨੇ। ਫਰੀਦਾ ਹਉ ਬਲਿਹਾਰੀ ਤਿਨਾ ਪੰਖੀਆਂ, ਜੰਗਲ ਜਿਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋੜਨ ਪਾਸ। ਕੁਦਰਤ ਦਾ ਐਸਾ ਸੁੰਦਰ ਨਜ਼ਾਰਾ ਹੈ। ਖਾਏ ਸਦਾ ਮਨ ਭਾਵਤ ਜੇ ਫਲ। ਜਿਹੜੇ ਮਨ ਭਾਉਂਦੇ ਫਲ ਜੰਗਲ ਵਿੱਚੋਂ ਖਾਂਦੇ ਨੇ, ਫਲ ਖਾ ਕੇ ਤੇ ਜਲ ਛਕ ਕੇ ਤੇ ਆ ਪਰਮੇਸ਼ਰ ਦੇ ਗੀਤ ਗਾਉਂਦੇ ਨੇ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਵੀ ਹਰੀ ਦੇ ਗੀਤ ਗਾਉਂਦੇ ਨੇ। ਭੌਰ ਗੁੰਜਾਰਤ ਹੈ ਉਕਲਾਏ। ਔਰ ਭੌਰੇ ਬੜੀ ਛੇਤੀ ਨਾਲ ਗੂੰਜਾਂ ਪਾਉਂਦੇ ਨੇ, ਭਾਵ ਦਰਖਤਾਂ ਦੇ ਉੱਤੇ ਫੁੱਲਾਂ ਦੇ ਉੱਤੇ ਭੌਰੇ ਗੂੰਜਦੇ ਨੇ। ਲਾਇਕ ਜੇ ਮਨ ਪ੍ਰੇਮ ਧਰੇ। ਕਹਿੰਦੇ ਜਿਹੜੇ ਮਨ ਦੇ ਵਿੱਚ ਪ੍ਰੇਮ ਧਾਰਨ ਕਰਕੇ ਮਨ ਪੀਨ ਭਏ ਤਨ ਜੇ ਬਿਰਧਾਏ। ਉਹਨਾਂ ਦਰਖਤਾਂ ਤੇ ਰਹਿੰਦੇ ਨੇ, ਆਪਸ 'ਚ ਪ੍ਰੇਮ ਕਰਦੇ ਨੇ, ਖਾ ਖਾ ਕੇ ਫੁੱਲਾਂ ਨੂੰ ਫਲਾਂ ਨੂੰ ਤਗੜੇ ਹੋ ਚੁੱਕੇ ਨੇ। ਭਾਏ ਕਹਾ ਮਿਰਗ ਮਾਲ ਫਿਰੈ। ਤੇ ਕਿਤੇ ਹਿਰਨਾਂ ਦੀਆਂ ਡਾਰਾਂ ਦੌੜੀਆਂ ਫਿਰਦੀਆਂ ਨੇ, ਹਿਰਨ ਚੁੰਗੀਆਂ ਭਰਦੇ ਨੇ ਜੰਗਲ ਦੇ ਵਿੱਚ। ਗਿਰਜ ਰੋਜ਼ ਚਖਾਰਨ ਕੇ ਸਮਦਾਏ। ਔਰ ਕਿਤੇ ਗਿਰਜ ਫਿਰਦੇ ਨੇ, ਕਿਤੇ ਰੋਜ਼ ਫਿਰਦੇ ਨੇ, ਕਿਤੇ 12 ਸਿੰਘੇ ਫਿਰਦੇ ਨੇ, ਕੇਹਰ ਭਾਲਕ ਡੋਲਤ ਹੈ। ਕਿਤੇ ਸ਼ੇਰ ਫਿਰਦੇ ਨੇ ਤੇ ਉਸ ਜੰਗਲ ਵਿੱਚ ਕਿਤੇ ਭਾਲੂ ਰਿਛ ਫਿਰਦੇ ਨੇ, ਗਜ ਬੋਲਤ ਹੈ ਕਰਨੀ ਅਵਲੋ। ਤੇ ਕਿਤੇ ਹਾਥੀ
ਹਾਥੀ ਹਾਥੜੀਆਂ ਨੂੰ ਵੇਖ ਵੇਖ ਕੇ ਚਿੰਗਾੜਦੇ ਫਿਰਦੇ ਨੇ। ਗਦ ਧੀਰਗ ਸੂਕਰ ਧਾਰਤ ਔਰ ਕਿਤੇ ਲੰਮੀਆਂ ਹੁੱਡਾਂ ਵਾਲੇ ਸੂਰ ਜੰਗਲੀ ਸੂਰ ਫਿਰਦੇ ਨੇ। ਰਿੰਦ ਸਸੇ ਸੋ ਬਸੇ ਕਰ ਓਕ ਕਹਿੰਦੇ ਬਹੁਤ ਸਾਰੇ ਖਰਗੋਸ਼ ਆਪਣਾ ਘਰ ਬਣਾ ਕੇ ਜਿਹਨਾਂ ਜੰਗਲਾਂ 'ਚ ਰਹਿੰਦੇ ਨੇ। ਕਦੀ ਸਾਧ ਸੰਗਤ ਜੀ ਹੁਣ ਵੀ ਤੁਸੀਂ ਪੌਂਟਾ ਸਾਹਿਬ ਤੋਂ ਉੱਪਰ ਚਲੇ ਜਾਓ ਨਾ, ਅਜੇ ਵੀ ਨਜ਼ਾਰਾ ਹੈ ਇਦਾਂ ਦਾ। ਇਹ ਨਾਨ ਦਾ ਇਲਾਕਾ, ਬੜੂ ਸਾਹਿਬ ਦਾ ਇਲਾਕਾ ਤੇ ਪੌਂਟਾ ਸਾਹਿਬ ਦਾ ਇਲਾਕਾ, ਦੇਹਰਾਦੂਨ ਦਾ ਇਲਾਕਾ, ਉੱਪਰ ਫਿਰ ਪਹਾੜ ਸ੍ਰੀ ਹੇਮਕੁੰਟ ਸਾਹਿਬ ਤੱਕ ਇਹੀ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਸ੍ਰਿੰਗ ਉਤੰਗ ਚੰਖਾਰਨ ਕੇ ਕਹਿੰਦੇ 12 ਸਿੰਘਿਆਂ ਦੇ ਉੱਚੇ ਉੱਚੇ ਸਿੰਘ ਹਨ। ਪਲ ਪੀਨ ਫਿਰ ਕਿਤ ਹੋ ਨਹਿਰੋ ਬੜਾ ਸੋਹਣਾ ਪਲੇ ਹੋਏ ਨੇ, ਖਾ ਖਾ ਕੇ ਜੰਗਲ ਦਾ ਘਾਸ, ਮੋਟੇ ਮਾਸ ਵਾਲੇ ਹਨ। ਤੀਤਰ ਆਰਨ ਚੂੜ ਬਟੇਰਨ ਕਿਤੇ ਤਿੱਤਰ ਨੇ ਤੇ ਕਿਤੇ ਜੰਗਲੀ ਕੁੱਕੜ ਨੇ ਤੇ ਕਿਤੇ ਬਟੇਰੇ ਨੇ। ਜਾਇ ਸਕੈ ਨਾ ਜਹਾਂ ਬਹੁ ਲੋਕ ਇਹ ਉੱਥੇ ਰਹਿੰਦੇ ਨੇ ਜਿੱਥੇ ਆਮ ਬੰਦਾ ਨਹੀਂ ਜਾ ਸਕਦਾ। ਹਰ ਬੰਦਾ ਉਹਨਾਂ ਜੰਗਲਾਂ 'ਚ ਨਹੀਂ ਵੜ ਸਕਦਾ। ਉਹ ਸੰਘਣੇ ਜੰਗਲਾਂ ਦੇ ਵਿੱਚ ਅੱਜ ਕਲਗੀਆਂ ਵਾਲੇ ਪਾਤਸ਼ਾਹ ਸ਼ਿਕਾਰ ਖੇਡਣ ਗਏ ਨੇ। ਕਬਿਤ ਲੈ ਕੇ ਸੰਗ ਨਾਹਨਿਸ਼ ਗੁਰੂ ਜਗਤੇਸ਼ ਹੂੰ ਕੋ ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਾਲ ਲੈ ਕੇ ਖੇਲ ਵੇ ਅਖੇਰ ਕੇ ਬਹਾਨੇ ਬਨ ਗਾਹਈ ਸ਼ਿਕਾਰ ਦੇ ਬਹਾਨੇ ਆਪਣਾ ਇਲਾਕਾ ਵਿਖਾ ਰਿਹਾ ਹੈ। ਨਾਲੇ ਨਾਲੇ ਸ਼ਿਕਾਰ ਖੇਡੀ ਜਾਂਦੇ ਨੇ ਤੇ ਨਾਲੇ ਉਹਨਾਂ ਜੰਗਲਾਂ ਵਿੱਚ ਕਲਗੀਧਰ ਪਾਤਸ਼ਾਹ ਚਰਨ ਪਾ ਕੇ ਉਹ ਧਰਤੀ ਨੂੰ ਪਵਿੱਤਰ ਕਰੀ ਜਾਂਦੇ ਨੇ। ਦੂਰ ਦੂਰ ਲੋਹ ਸੂਰ ਸਭ ਖਾਨੇ ਬਾਗ ਦੂਰ ਦੂਰ ਨਾਨ ਦੇ ਇਲਾਕੇ 'ਚ ਫਿਰਦੇ ਨੇ ਤੇ ਰਾਜਾ ਮੇਦਨੀ ਪ੍ਰਕਾਸ਼ ਮਹਾਰਾਜ ਦੇ ਬਰਾਬਰ ਘੋੜਾ ਕਰਕੇ ਸਤਿਗੁਰਾਂ ਨਾਲ ਬਚਨ ਬਿਲਾਸ ਕਰਦਾ ਜਾ ਰਿਹਾ ਹੈ। ਫੇਰੋ ਪ੍ਰਭ ਪੂਰਨ ਜਹਾਂ ਕੋ ਚਿਤ ਚਾਹੇ ਇਹ ਸੱਚੇ ਪਾਤਸ਼ਾਹ ਜਿੱਥੇ ਤੁਹਾਡਾ ਜੀ ਕਰੇ ਨਾ ਆ ਸਾਰੀ ਧਰਤੀ ਵੇਖ ਲਓ, ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਪਾਤਸ਼ਾਹ ਜੀ ਉੱਥੇ ਆਪਣਾ ਡੇਰਾ ਲਾ ਲਵੋ। ਹੋਏ ਸਭ ਰੀਤ ਸੁਖ ਕੋਈ ਰੁੱਤ ਮੈਂ ਨਾ ਦੁਖ ਮਹਾਰਾਜ ਇਹੋ ਜੀ ਥਾਂ ਪਸੰਦ ਕਰ ਲਓ ਜਿਹਦੇ 'ਚ ਗਰਮੀ ਵਿੱਚ ਬਹੁਤੀ ਗਰਮੀ ਨਾ ਲੱਗੇ ਤੇ ਸਰਦੀ ਵਿੱਚ ਬਹੁਤੀ ਸਰਦੀ ਨਾ ਲੱਗੇ। 6 ਰੁੱਤਾਂ ਦੇ ਵਿੱਚ ਜਿਹੜਾ ਥਾਂ ਸੁਖਦਾਈ ਹੋਵੇ ਐਸੀ ਥਾਂ ਪਸੰਦ ਕਰ ਲਓ। ਦੀਜੇ ਫੁਰ ਮਾਏ ਮੁਖ ਇਹਾਂ ਨਿਰਬਾਹੀ ਮਹਾਰਾਜ ਇਹ ਸਾਰੀ ਧਰਤੀ ਤੁਹਾਡੀ ਹੈ। ਫਰਮਾ ਦਿਓ, ਕਹਿ ਦਿਓ ਵੀ ਸਾਡਾ ਇੱਥੇ ਮਨ ਲੱਗਦਾ, ਜਿੱਥੇ ਤੁਹਾਡਾ ਜੀ ਲੱਗਦਾ ਪਾਤਸ਼ਾਹ ਜੀ ਉੱਥੇ ਹੀ ਤੁਹਾਡਾ ਡੇਰਾ ਲਵਾ ਦੇਾਂਗੇ। ਤਹਾਂ ਕਾਲ ਡੇਰਾ ਕਰੋ ਆਨੰਦ ਬਸੇਰਾ ਨਿਤ ਉੱਥੇ ਹੀ ਡੇਰਾ ਪਾ ਲਓ ਤੇ ਆਨੰਦ ਦੇ ਨਾਲ ਰਹੋ ਸੱਚੇ ਪਾਤਸ਼ਾਹ ਜੀ। ਨਗਰ ਬਡੇਰਾ ਬਨ ਆਪ ਜੋ ਉਬਾਹੀ ਕਿਉਂਕਿ ਜਿੱਥੇ ਆਪ ਚਰਨ ਪਾ ਦਿਓਗੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਮਹਾਰਾਜ ਜਿੱਥੇ ਤੁਸੀਂ ਚਰਨ ਪਾਓਗੇ ਉੱਥੇ ਬੜਾ ਸੋਹਣਾ ਸ਼ਹਿਰ ਵਸੇਗਾ, ਕਿਉਂਕਿ ਤੁਸੀਂ ਬਾਣੀ ਦਾ ਨਾਮ ਦਾ ਐਸਾ ਛੱਟਾ ਮਾਰੋਗੇ ਕਿ ਧਰਤੀ ਦੇ ਪਾਪ ਕੱਟੇ ਜਾਣਗੇ। ਊਚ ਨੀਚ ਥਾਨ ਫੇਰੇ ਗੁਰੂ ਭਗਵਾਨ ਬੋਹ ਇਸ ਤਰ੍ਹਾਂ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਨੂੰ ਸ਼ਿਕਾਰ ਦੇ ਬਹਾਨੇ ਆਪਣਾ ਇਲਾਕਾ ਵਿਖਾਈ ਗਿਆ। ਕਈ ਉੱਚੀਆਂ ਪਹਾੜੀਆਂ ਤੇ ਚੜ੍ਹ ਕੇ ਵੇਖਿਆ, ਕਈ ਨੀਵੀਆਂ ਖੱਡਾਂ 'ਚ ਜਾ ਕੇ ਵੇਖਿਆ। ਬਹੁਤ ਸਾਰਾ ਇਲਾਕਾ ਕਲਗੀਧਰ ਪਾਤਸ਼ਾਹ ਘੋੜੇ ਤੇ ਬਹਿ ਕੇ ਵੇਖ ਰਹੇ ਹਨ। ਮਨ ਮੈਂ ਬਿਲੰਦ ਹੀ ਪਸੰਦ ਕੋ ਨਾ ਆਵਈ ਬੜੀਆਂ ਥਾਵਾਂ ਸਨ, ਵੇਖੀ ਜਾਂਦੇ ਨੇ, ਪਰ ਕਲਗੀਧਰ ਨੂੰ ਅਜੇ ਕੋਈ ਥਾਂ ਪਸੰਦ ਨਹੀਂ ਆ ਰਹੀ। ਵਿਚਰਤ ਗਏ ਰਮ ਜਮ ਨਾ ਪ੍ਰਵਾਹ ਜਹਾਂ ਔਰ ਫਿਰ ਵਿਚਰਦੇ ਵਿਚਰਦੇ ਘੁੰਮਦੇ ਘੁੰਮਦੇ ਪਾਤਸ਼ਾਹ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਉੱਥੇ ਜਾ ਪਹੁੰਚੇ ਹੈ ਜਿੱਥੇ ਜਮਨਾ ਦਾ ਨੀਲਾ ਨੀਲਾ ਜਲ ਚੱਲ ਰਿਹਾ ਹੈ। ਫੇਰ ਹਰ ਖਾਨੇ ਨੀਰ ਅਦਕ ਸੁਹਾਵਈ ਆਹ ਕਹਿੰਦੇ ਜਮਨਾ ਦਾ ਸੋਹਣਾ ਨੀਲਾ ਪਾਣੀ ਵੇਖ ਕੇ, ਆਲਾ ਦੁਆਲਾ ਵੇਖ ਕੇ ਕਲਗੀਧਰ ਪਾਤਸ਼ਾਹ ਬੜੇ ਹੀ ਪ੍ਰਸੰਨ ਹੋ ਗਏ। ਵੀਰ ਗਜ ਧੁਨ ਤਾਂ ਕੀ ਦੁੱਤ ਕੋ ਚੂਨ ਕਰੈ ਇਹ ਜਿਹੜੀ ਬਹੁਤ ਵੱਡੀ ਦੂਣ ਹੈ, ਦੇਹਰਾਦੂਨ ਤੁਰਲਾ ਇਲਾਕਾ ਹੈ, ਇਹ ਇਸ ਜਗ੍ਹਾ ਜਿਹੜੀ ਖਾਸ ਕਰਕੇ ਮਹਾਰਾਜ ਨੂੰ ਪਸੰਦ ਆਈ ਹੈ। ਇਹ ਤਾਂ ਇਸ ਜਗ੍ਹਾ ਨੂੰ ਹੋਰ ਦੁੱਗਣਾ ਚੌਗਣਾ ਸੋਹਣਾ ਬਣਾ ਰਿਹਾ ਹੈ। ਲੋਕਾਂ ਦੇ ਸੂਨ ਬਨ ਜਹਾਂ ਦ੍ਰਿਸ਼ ਟਾਵਈ ਉੱਥੇ ਬਹੁਤੇ ਲੋਕ ਨਹੀਂ ਰਹਿੰਦੇ, ਬਹੁਤੀ ਭੀੜ ਨਹੀਂ ਹੈ। ਕੋਈ ਇੱਕ ਅੱਧਾ ਬੰਦਾ ਮਿਲ ਜਾਵੇ, ਰਾਹ ਜਾਂਦਾ ਭਾਵੇਂ ਮਿਲ ਜਾਵੇ, ਪਰ ਆਮ ਤੌਰ ਤੇ ਲੋਕਾਂ ਦਾ ਆਵਾਜਾਈ ਉੱਥੇ ਨਹੀਂ ਹੈ। ਸਭ ਜੀ ਕੇ ਹਾਰ ਹੈ ਕਿ ਸਭ ਜੀ ਬਹਾਰ ਹੈ
ਕਹਿੰਦੇ ਸਭ ਜੀ ਕੇ ਹਾਰ ਹੈ ਐ ਕਿ ਸਬਜੀ ਬਹਾਰ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਬੜਾ ਸੋਹਣਾ ਅਨੁਪਰਾਸ ਜੋੜਦੇ ਨੇ, ਕਹਿੰਦੇ ਨੇ ਸਭ ਜੀ ਕੇ ਹਾਰ ਹੈ। ਕਹਿੰਦੇ ਸਾਰਿਆਂ ਦੇ ਜੀ ਨੂੰ ਇਦਾਂ ਲੱਗਣ ਵਾਲਾ ਜਿਵੇਂ ਕਿਸੇ ਦੇ ਗਲ 'ਚ ਹਾਰ ਪਾ ਦਈਏ ਨਾ ਤੇ ਉਹ ਖੁਸ਼ ਹੋ ਜਾਂਦਾ। ਕਹਿੰਦੇ ਇਹ ਜਗ੍ਹਾ ਸਾਰਿਆਂ ਦੇ ਮਨ ਦੇ ਹਾਰ ਮਨ ਦੇ ਵਿੱਚ ਵਸਣ ਵਾਲੀ ਹੈ, ਮਨ ਦੀ ਸ਼ੋਭਾ ਵਧਾਉਣ ਵਾਲੀ ਹੈ ਕਿ ਸਬਜੀ ਬਹਾਰ ਹੈ। ਕਹਿੰਦੇ ਸਾਰੇ ਪਾਸੇ ਹਰਿਆਲੀ ਹਰਿਆਲੀ ਹੈ, ਸਮੰਜਸ ਬਿਹਾਰ ਹੈ, ਆਨੰਦ ਉਪਜਾਵਈ। ਬੜਾ ਹੀ ਮਨੋਹਰ ਸਥਾਨ ਹੈ, ਆਨੰਦ ਪੈਦਾ ਕਰਨ ਵਾਲੀ ਜਗ੍ਹਾ ਤੇ ਆ ਗਏ ਨੇ ਦਸਵੇਂ ਪਾਤਸ਼ਾਹ। ਸੁਤਾ ਸਭ ਤਾਸ ਕੀ ਨਸਇਆ ਪਾਪ ਰਸ ਕੀ। ਹੁਣ ਜਮਨਾ ਦਾ ਜ਼ਿਕਰ ਕਰਦੇ ਨੇ, ਸੁਤਾ ਸਪਤਾਸ ਕੀ। ਇਹ ਜਿਹੜੀ ਜਮਨਾ ਹੈ ਨਾ ਇਹਨੂੰ ਸੂਰਜ ਦੀ ਪੁੱਤਰੀ ਕਹਿੰਦੇ ਨੇ, ਤੇ ਨਸਈਆ ਪਾਪ ਰਾਸ ਕੀ, ਇਹ ਸੂਰਜ ਦੀ ਪੁੱਤਰੀ ਕਹਿੰਦੇ ਪਾਪਾਂ ਨੂੰ ਨਾਸ ਕਰਨ ਵਾਲੀ ਹੈ। ਨਿਭਇਆ ਮੁਖ ਦਾਸ ਕੀ ਲਖ ਜੋ ਨੇਮ ਜਮਨਾ। ਜਿਹੜੇ ਨੇਮ ਨਾਲ ਜਾ ਕੇ ਰੋਜ਼ ਜਮਨਾ ਦੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਮੁਕਤੀ ਦਿੰਦੀ ਹੈ। ਇੱਕ ਬਾਰ ਬਾਰ ਛੂਏ ਪਾਵਨ ਪਾਵਨ ਕੈ। ਇੱਕ ਵਾਰੀ ਜਿਹੜਾ ਬਾਰ ਛੂਏ ਕਹਿੰਦੇ ਜਮਨਾ ਦੇ ਜਲ ਨੂੰ ਛੂ ਲਵੇ ਪਵਿੱਤਰ ਹੋ ਜਾਂਦਾ ਹੈ। ਪਾਣ ਤੇ ਇਸ਼ਨਾਨ ਤੇ ਦੁਖਤ ਤੇ ਨ ਜਾਮਨਾ। ਇਹਦਾ ਜਲ ਛਕਣ ਨਾਲ ਇਸ਼ਨਾਨ ਕਰਨ ਨਾਲ ਦੁੱਖ ਕੱਟੇ ਜਾਂਦੇ ਨੇ, ਜਮਾਂ ਦਾ ਦੁੱਖ ਵੀ ਨਹੀਂ ਰਹਿੰਦਾ। ਸ਼ਿਆਮ ਜਲ ਜਲਜ ਬਿਲੋਚਨ ਕੀ ਸ਼ਿਆਮ ਪਤ। ਆਹ ਕਹਿੰਦੇ ਜਿਨ੍ਹਾਂ ਦੇ ਨੇਤਰ ਕਮਲ ਵਰਗੇ ਸਨ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਚਰਨਾਂ ਨਾਲ ਜਿਹੜੀ ਜਮਨਾ ਛੂਈ ਸੀ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਉਂਦਾ ਨਾ, ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਉਹ ਜਿਹੜੀ ਪਵਿੱਤਰ ਜਮਨਾ ਹੈ, ਚੰਚਲ ਅਛਲ ਜਿਨ ਛਲਿਓ ਕਾਲ ਜਮਨਾ। ਜਿਹੜੇ ਚੰਚਲ ਸਨ ਤੇ ਆਪ ਅਛਲ ਸਨ, ਜਿਨ੍ਹਾਂ ਨੇ ਕਾਲ ਜਮਨ ਨੂੰ ਵੀ ਛਲ ਲਿਆ ਸੀ। ਜਾਂ ਕੇ ਆਨ ਸਾਮਨਾ ਬਿਗਨ ਜਗਨ ਸ਼ਮਨਾ। ਜਿਨ੍ਹਾਂ ਵਰਗਾ ਹੋਰ ਕੋਈ ਨਹੀਂ, ਸਾਰੇ ਬਿਗਨਾਂ ਦਾ ਨਾਸ ਕਰਨ ਵਾਲੇ। ਸਦੀਵ ਸਿੰਧ ਗਮਨ ਸੁਹਾਏ ਸੁਭ ਜਮਨਾ। ਕਹਿੰਦੇ ਸੰਦੀਪ ਸਿੰਧ ਗਮਨਾ ਜੋ ਸਦਾ ਹੀ ਸਮੁੰਦਰ ਵੱਲ ਤੁਰੀ ਰਹਿੰਦੀ ਹੈ, ਉਹ ਜਮਨਾ ਉੱਥੇ ਸੋਭਾ ਪਾ ਰਹੀ ਹੈ। ਕੇਤੀ ਦੂਰ ਤੀਰ ਤੀਰ ਫਿਰੇ ਬਰ ਵੀਰ ਧੀਰ। ਮਹਾਬਲੀ ਸੂਰਬੀਰ ਯੋਧੇ ਕਲਗੀਧਰ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਨੂੰ ਲੈ ਕੇ ਜਮਨਾ ਦੇ ਕੰਢੇ ਕਿੰਨੀ ਦੂਰ ਤਾਈਂ ਸੈਰ ਕਰਦੇ ਰਹੇ। ਹਿਰਦ ਗੰਭੀਰ ਨੀਰ ਸਿਰ ਸ਼ੁਭ ਚਾਲਤੇ। ਕਹਿੰਦੇ ਸੋਹਣਾ ਸੋਹਣਾ ਨੀਲਾ ਨੀਲਾ ਠੰਡਾ ਠੰਡਾ ਜਲ ਜਮਨਾ ਦਾ ਵੇਖਦੇ ਨੇ ਕਲਗੀਧਰ ਪਾਤਸ਼ਾਹ ਜੀ। ਕਹੂੰ ਬੇਗ ਜ਼ੋਰ ਤੇ ਮਰੋਰ ਤੇ ਸੋ ਭੌਰੀ ਪਰ। ਕਿਤੇ ਬੜੇ ਜ਼ੋਰ ਦੇ ਨਾਲ ਪਾਣੀ ਆਉਂਦਾ ਹੈ ਤੇ ਕਿਤੇ ਜਿੱਥੇ ਮੋੜ ਆਉਂਦਾ ਨਾ ਉੱਥੇ ਪਾਣੀ ਦਾ ਵੇਗ ਪੱਥਰਾਂ ਨਾਲ ਟਕਰਾ ਕੇ ਹੋਰ ਤਿੱਖਾ ਹੋ ਜਾਂਦਾ ਹੈ, ਤੇ ਕਿਤੇ ਪਾਣੀ ਦੇ ਵਿੱਚ ਭੌਰੀ ਪੈਂਦੀ ਹੈ। ਕਹੂੰ ਫੇਨ ਫੋਰ ਤੇ ਕਹੂੰ ਕਸੋ ਉਠਾਲ ਤੇ। ਕਿਤੇ ਝੱਗ ਨਿਕਲਦਾ ਹੈ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬੜਾ ਸੁੰਦਰ ਨਜ਼ਾਰਾ ਜਮਨਾ ਦਾ। ਕਤਹੁ ਤੰਗ ਸ਼ਿਆਮ ਰੰਗ ਕੇਤ ਰੰਗ ਬ੍ਰੰਗ। ਕਿਤੇ ਉੱਚੀਆਂ ਉੱਚੀਆਂ ਨੀਲੀਆਂ ਤਰੰਗਾਂ ਉੱਠਦੀਆਂ ਨੇ ਪਾਣੀ ਦੇ ਵਿੱਚ। ਕਤਹੁ ਮਤੰਗ ਅੰਗ ਸੰਗਨ ਉਛਾਲ ਤੇ। ਤੇ ਕਹਿੰਦੇ ਕਿਤੇ ਹਾਥੀ ਤੇ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਲ ਕ੍ਰੀੜਾ ਕਰਦੇ ਜਾ ਰਹੇ ਨੇ। ਪਾਥਰ ਪਖਾਲ ਤੇ ਕਹੂੰ ਤਟ ਡਾਲ ਤੇ। ਪੱਥਰਾਂ ਨੂੰ ਧੋਂਦੀ ਹੋਈ ਜਮਨਾ ਜਾ ਰਹੀ ਹੈ, ਕਿਨਾਰੇ ਢਹਿ ਰਹੇ ਨੇ। ਕਿਤੇ ਜਲ ਹਾਲ ਤੇ ਚਖਾਦ ਜੰਦ ਜਾਲ ਤੇ। ਕਿਤੇ ਮਗਰ ਮੱਛ ਪਾਣੀ ਨੂੰ ਹਿਲਾ ਰਹੇ ਨੇ ਤੇ ਕਿਤੇ ਮੱਛੀਆਂ ਤਾਰੀਆਂ ਲਾ ਰਹੀਆਂ ਨੇ ਜਮਨਾ ਦੇ ਵਿੱਚ। ਵਿਚਰੇ ਬਿਲੋਕਤ ਸੁਥਲ ਹਿਤ ਰੋਗਨ ਕੀ। ਮਹਾਰਾਜ ਦਸਵੇਂ ਪਾਤਸ਼ਾਹ ਵੇਖੀ ਜਾਂਦੇ ਨੇ, ਸਾਰਾ ਉੱਪਰਲਾ ਪਾਸਾ ਵੀ ਦੇਖਦੇ ਨੇ, ਮੈਦਾਨ ਕਿੱਥੇ ਹੈ, ਪਹਾੜ ਕਿੱਥੇ ਨੇ, ਪਾਣੀ ਦਾ ਜ਼ੋਰ ਕਿੱਥੇ ਹੈ, ਇਸ਼ਨਾਨ ਕਰਨ ਵਾਸਤੇ ਜਗ੍ਹਾ ਕਿੱਥੇ ਸੋਹਣੀ ਹੈ। ਇਹ ਸਤਿਗੁਰੂ ਦਸਵੇਂ ਪਾਤਸ਼ਾਹ ਬੜੀ ਗਹਿਰਾਈ ਨਾਲ ਆਪਣਾ ਨਗਰ ਵਸਾਉਣ ਵਾਸਤੇ ਥਾਂ ਪਸੰਦ ਕਰ ਰਹੇ ਨੇ। ਭੇਤੀ ਜਿਹਾ ਲੋਕ ਹਾਥ ਜੋਰ ਸੋ ਬਤਾਵਤੇ। ਜਿਹੜੇ ਉਸ ਇਲਾਕੇ ਦੇ ਭੇਤੀ ਨੇ, ਉਸ ਇਲਾਕੇ 'ਚ ਰਹਿਣ ਵਾਲੇ ਨੇ, ਉਹ ਹੱਥ ਜੋੜ ਜੋੜ ਕੇ ਦਸਵੇਂ ਪਾਤਸ਼ਾਹ ਨੂੰ ਦੱਸਦੇ ਨੇ, ਮਹਾਰਾਜ ਇੱਥੇ ਜਮਨਾ ਦਾ ਪਾਣੀ ਡੂੰਘਾ ਹੈ, ਇੱਥੇ ਜਮਨਾ ਦਾ ਪਾਣੀ ਉੱਚਾ ਹੈ, ਇੱਥੇ ਪਾਣੀ ਤੇਜ਼ ਪੈਂਦਾ ਹੈ, ਇੱਥੇ ਗੁਰੂ ਸਾਹਿਬ ਜੀ ਪਹਾੜੀਆਂ ਪੈਂਦੀਆਂ ਨੇ, ਇੱਥੇ ਨਾਲ ਜੰਗਲ ਪੈਂਦਾ ਹੈ। ਆਲੇ ਦੁਆਲੇ ਦੀ ਲੋਕੇਸ਼ਨ ਜਿਹੜੀ ਹੈ ਉਹ ਕਲਗੀਧਰ ਪਾਤਸ਼ਾਹ ਨੂੰ ਭੇਤੀ ਬੰਦੇ ਦੱਸ ਰਹੇ ਨੇ। ਸੁੰਦਰ ਸਿਲਾ ਅਨੁਕੂਲ ਜਨ ਅਨੁਕੂਲ ਆਛੇ। ਸੋਹਣੀਆਂ ਸੋਹਣੀਆਂ ਪੱਥਰਾਂ ਦੀਆਂ ਸ਼ਿਲਾਂ ਮਹਾਰਾਜ ਦਸਵੇਂ ਪਾਤਸ਼ਾਹ ਵੇਖ ਰਹੇ ਨੇ। ਹਰੇ ਡਿਡ ਮੂਲ ਜਹਾਂ ਬਿਟਪ ਸੁਹਾਵਤੇ। ਔਰ ਬੜੇ ਬੜੇ ਮਜ਼ਬੂਤ, ਕੋਈ 500 ਸਾਲ ਕੋਈ ਹਜ਼ਾਰ ਸਾਲ ਪੁਰਾਣੇ ਦਰਖਤ
ਜਿਨ੍ਹਾਂ ਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਨੇ ਉਹ ਖੜੇ ਸੋਭਾ ਪਾ ਰਹੇ ਨੇ। ਗੁਰੂ ਕੇ ਪਸੰਦ ਆਇਓ ਆਨੰਦ ਬਿਲੰਦ ਪਾਇਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਸੰਦ ਆ ਗਈ। ਕਹਿਣ ਲੱਗੇ ਇੱਥੇ ਨਗਰ ਵਸਾਵਾਂਗੇ। ਭਗਤ ਨਰਿੰਦ ਸੰਗ ਏਈ ਮਨ ਭਾਵਤੇ। ਸਾਰਾ ਇਲਾਕਾ ਵੇਖ ਕੇ ਆਏ ਸਨ, ਪਰ ਜਦੋਂ ਜਮਨਾ ਦਾ ਕੰਡਾ ਵੇਖਿਆ ਤੇ ਹਜੂਰ ਖੁਸ਼ ਹੋ ਗਏ। ਕਹਿਣ ਲੱਗੇ ਮੇਦਨੀ ਪ੍ਰਕਾਸ਼ ਆਹ ਜਗ੍ਹਾ ਸਾਨੂੰ ਪਸੰਦ ਆ ਗਈ ਹੈ। ਭਿਖਾ ਸੋ ਪੂਰ ਆਵਤੇ ਸਮੁਖ ਛਬ ਪਾਵਤੇ। ਕਹਿੰਦੇ ਬੜਾ ਸੋਹਣਾ ਜਲ ਆ ਰਿਹਾ ਉੱਪਰੋਂ ਪਹਾੜਾਂ ਤੋਂ, ਨੀਲਾ ਨੀਲਾ ਸੋਭਾ ਪਾ ਰਿਹਾ ਜਮਨਾ ਦਾ। ਰੇ ਦੇਖੋ ਹਰ ਖਾਵਤੇ ਸੋ ਵੇਗ ਜਲ ਜਾਵਤੇ। ਮਨ ਨੂੰ ਖੁਸ਼ ਕਰਦਾ ਵੇਗ ਦੇ ਨਾਲ ਚੱਲਦਾ ਹੋਇਆ ਜਲ ਜਮਨਾ ਦਾ ਸ੍ਰੀ ਕਲਗੀਧਰ ਪਾਤਸ਼ਾਹ ਨੇ ਵੇਖਿਆ ਹੈ। ਮੇਦਨੀ ਪ੍ਰਕਾਸ਼ ਕੋ ਸੁਨਾਏ ਨਿਜ ਬਸ ਕੋ। ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿ ਦਿੱਤਾ ਵੀ ਆਹ ਜਗ੍ਹਾ ਸਾਨੂੰ ਪਸੰਦ ਹੈ ਰਹਿਣ ਵਾਸਤੇ। ਸੋ ਹੋਏ ਜਲ ਪਾਸ ਕੋ ਤੁਰੰਗ ਕੋ ਟਿਕਾਈ ਕੈ। ਤੇ ਮਹਾਰਾਜ ਜਮਨਾ ਦੇ ਕੋਲ ਜਾ ਕੇ ਆਪਣਾ ਘੋੜਾ ਰੋਕ ਲਿਆ। ਫੇਰ ਤਾਰ ਮੂਲ ਕੋ ਸੋ ਜਮਨਾ ਕੇ ਕੂਲ ਕੋ। ਸਾਧ ਸੰਗਤ ਜੀ ਉੱਥੇ ਇੱਕ ਬੋਹੜ ਦਾ ਦਰਖਤ ਹੁੰਦਾ ਸੀ। ਬੜਾ ਦੁੱਖ ਆਉਂਦਾ ਜਦੋਂ ਅਸੀਂ ਕਾਰ ਸੇਵਾ ਦੇ ਨਾਂ ਤੇ ਘੋੜਾ ਚਲਾ ਦਿੰਦੇ ਆ। ਆਪਣੀਆਂ ਪੁਰਾਣੀਆਂ ਯਾਦਗਾਰਾਂ ਬਿਲਡਿੰਗਾਂ ਆਪਣੇ ਦਰਖਤ ਇਤਿਹਾਸਕ ਕੱਟ ਕੇ ਸੁੱਟ ਦਿੰਦੇ ਆ। ਉਸ ਬੋਹੜ ਦਾ ਬਹੁਤ ਪੁਰਾਤਨ ਦਰਖਤ ਸੀ, ਵੱਡਾ ਦਰਖਤ ਸੀ, ਜਿਹਦੇ ਥੱਲੇ ਬਾਜਾਂ ਵਾਲੇ ਪਾਤਸ਼ਾਹ ਨੇ ਘੋੜਾ ਰੋਕਿਆ। ਨਵੇਸ ਹਿਤ ਉਤਰੇ ਆਨੰਦ ਕੋ ਵਡਾਈ ਕੈ। ਬੜੇ ਪ੍ਰਸੰਨਤਾ ਦੇ ਨਾਲ ਪਾਤਸ਼ਾਹ ਬੋਹੜ ਦੇ ਥੱਲੇ ਘੋੜੇ ਦੀ ਵਾਗ ਨੂੰ ਖਿੱਚ ਦਿੱਤੀ ਹੈ ਤੇ ਮਹਾਰਾਜ ਘੋੜੇ ਤੋਂ ਉਤਰ ਪਏ ਹਨ। ਤਤ ਕਾਲ ਡਾਲ ਕਰ ਫਰਸ਼ ਉਤਾਲ ਕਰ। ਬਸ ਸਤਿਗੁਰਾਂ ਦੇ ਰੁਕਣ ਦੀ ਦੇਰ ਸੀ। ਰਾਜੇ ਨੇ ਇਸ਼ਾਰਾ ਕਰ ਦਿੱਤਾ ਆਪਣੇ ਨੌਕਰਾਂ ਨੂੰ। ਉਹਨਾਂ ਨੇ ਫਟਾਫਟ ਸੋਹਣੇ ਗਲੀਚੇ, ਫਰਸ਼, ਦਰੀਆਂ, ਚਾਦਰਾਂ ਵਿਛਾ ਦਿੱਤੀਆਂ। ਗਾਦੀ ਰੰਗ ਲਾਲ ਕੀ ਸੁਦਾਸਨ ਡਸਾਈ ਕੈ। ਲਾਲ ਰੰਗ ਦੀ ਸੋਹਣੀ ਗੱਦੀ ਦਸਵੇਂ ਪਾਤਸ਼ਾਹ ਦੇ ਬਹਿਣ ਵਾਸਤੇ ਢਾਹ ਦਿੱਤੀ ਹੈ ਵੀ ਸਤਿਗੁਰੂ ਇਹਦੇ ਉੱਤੇ ਬੈਠਣਗੇ। ਬੈਠ ਸ੍ਰੀ ਗੁਰੂ ਗੋਬਿੰਦ ਸਿੰਘ ਬੋਲਟ ਨਰਿੰਦ ਸੰਗ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੈਠ ਗਏ ਨੇ ਬੋਹੜ ਦੇ ਥੱਲੇ ਤੇ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿਣ ਲੱਗੇ ਨੇ। ਸੁੰਦਰ ਬਿਲੰਦ ਹੈ ਪਸੰਦ ਮਨ ਭਾਈ ਕੈ। ਮਹਾਰਾਜ ਕਹਿੰਦੇ ਤੇਰੇ ਸਾਰੇ ਇਲਾਕੇ ਨਾਲੋਂ ਆਹ ਧਰਤੀ ਸਾਨੂੰ ਬਹੁਤ ਸੋਹਣੀ ਲੱਗੀ ਹੈ। ਆਹ ਜਗ੍ਹਾ ਸਾਨੂੰ ਆਪਣਾ ਘਰ ਬਣਾਉਣ ਵਾਸਤੇ, ਆਪਣੀ ਧਰਤੀ ਨਗਰ ਵਸਾਉਣ ਵਾਸਤੇ ਸੋਹਣੀ ਲੱਗੀ ਹੈ। ਜਮਨਾ ਪ੍ਰਵਾਹ ਇੱਕ ਦੂਸਰੇ ਉਤੰਗ ਤਟ। ਇੱਕ ਤਾਂ ਜਮਨਾ ਦਾ ਪ੍ਰਵਾਹ ਚੱਲ ਰਿਹਾ ਹੈ, ਨੀਲਾ ਨੀਲਾ ਜਮਨਾ ਦਾ ਸੋਹਣਾ ਜਲ ਚੱਲ ਰਿਹਾ ਹੈ ਤੇ ਦੂਜਾ ਉੱਚੀਆਂ ਪਹਾੜੀਆਂ ਨੇੜੇ ਹਨ। ਤੀਸਰੇ ਧਰਨ ਠੱਟ ਸੈਲਨ ਕੀ ਸੈਲ ਹੈ। ਔਰ ਫਿਰ ਸੋਹਣੇ ਦਰਖਤਾਂ ਦਾ ਇੱਥੇ ਹਰਾ ਭਰਾ ਇਲਾਕਾ ਹੈ ਤੇ ਪਹਾੜਾਂ ਦੀ ਸੈਲ ਕਰਨ ਵਾਸਤੇ ਹੈ। ਸਭ ਜੀ ਸੁਹਾਏ ਬਿਨ ਪੰਖ ਹੈ ਸੋ ਥਾਏ ਸ਼ੁਭ। ਕਹਿੰਦੇ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ ਤੇ ਇੱਥੇ ਕੋਈ ਚਿੱਕੜ ਵੀ ਨਹੀਂ ਹੈ। ਜਮਨਾ ਦਾ ਕਿਨਾਰਾ ਹੋਰ ਵੀ ਕਈ ਥਾਵਾਂ ਤੇ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਵੀ ਕਈ ਜਗ੍ਹਾ ਇਹੋ ਜਿਹੀ ਹੁੰਦੀ ਦਰਖਤ ਦਰਿਆਵਾਂ ਦੇ ਕੰਢੇ ਤੇ, ਕੰਢਾ ਤਾਂ ਦਰਿਆ ਦਾ ਹੋਣਾ ਹੀ ਹੈ ਪਰ ਚਿੱਕੜ ਹੁੰਦਾ। ਉੱਥੇ ਪੈਰ ਪਾਓ ਤੇ ਚਿੱਕੜ 'ਚ ਖੁੱਭ ਜਾਓ। ਪਰ ਉੱਥੇ ਤੁਸੀਂ ਜਾ ਕੇ ਪੌਂਟਾ ਸਾਹਿਬ ਦੇਖ ਲਓ ਕਿਤੇ ਚਿੱਕੜ ਨਹੀਂ ਮਿਲਦਾ। ਸੋਹਣਾ ਰੇਤਾ ਹੈ, ਛੋਟੇ ਛੋਟੀਆਂ ਪੱਥਰੀਆਂ ਹਨ ਤੇ ਜਦੋਂ ਵੀ ਜਾਓ ਪਾਰ ਲੰਘ ਜਾਓ ਭਾਵੇਂ ਜਮਨਾ ਵਿੱਚੋਂ, ਤੁਹਾਨੂੰ ਚਿੱਕੜ ਨਹੀਂ ਮਿਲੇਗਾ। ਇਹੋ ਜੀ ਸੋਹਣੀ ਜਗ੍ਹਾ ਮਹਾਰਾਜ ਕਹਿੰਦੇ ਸਬਜੀ ਸੁਹਾਏ ਬਿਨ ਪੰਖ ਹੈ ਸੋ ਥਾਏ ਸ਼ੁਭ। ਇਹ ਜਿਹੜੀ ਜਗ੍ਹਾ ਚਿੱਕੜ ਤੋਂ ਬਿਨਾਂ ਹੈ ਤੇ ਸੋਹਣੀ ਹਰੀ ਭਰੀ ਹੈ। ਦੂਣ ਵਿਸਤਾਰ ਸੋ ਉਦਾਰ ਚਲੇ ਗਲ ਹੈ। ਮਹਾਰਾਜ ਕਹਿੰਦੇ ਬੜੀ ਸੋਹਣੀ ਧੂਣ ਹੈ ਤੇ ਉੱਚੇ ਸੋਹਣੇ ਪਹਾੜ ਹਨ, ਰਾਹ ਬੜਾ ਸੋਹਣਾ ਚੱਲਦਾ ਹੈ। ਮੇਦਨੀ ਪ੍ਰਕਾਸ਼ ਸੁਨ ਹਾਥ ਜੋਰ ਬਾਗ ਭਨ। ਕਲਗੀਧਰ ਪਾਤਸ਼ਾਹ ਨੂੰ ਜਗ੍ਹਾ ਪਸੰਦ ਆ ਗਈ। ਮਹਾਰਾਜ ਨੇ ਘੋੜਾ ਰੋਕ ਲਿਆ। ਪਾਮ ਟਾ ਇਹਦਾ ਪਹਿਲਾ ਨਾਮ ਹੈ ਪਾਮ ਟਿਕਾ, ਜਿੱਥੇ ਮਹਾਰਾਜ ਦੇ ਚਰਨ ਪੈਰ ਟਿਕ ਗਏ, ਜਿੱਥੇ ਘੋੜੇ ਦੇ ਪੈਰ ਰੁਕ ਗਏ। ਪਾਮਟਾ ਪੌਂਟਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਬੈਠੇ। ਰਾਜਾ ਮੇਦਨੀ ਪ੍ਰਕਾਸ਼ ਹੱਥ ਜੋੜ ਕੇ ਕਹਿੰਦਾ ਹੈ ਮਨ ਕੀ ਪਛਾਨੋ ਤੁਮ ਦੇਖਿਓ ਥਲ ਛੈਲ ਹੈ। ਮਹਾਰਾਜ
ਤੁਸੀਂ ਦਿਲਾਂ ਦੇ ਜਾਣੂ ਹੋ। ਮੇਰਾ ਵੀ ਧਿਆਨ ਸੀ ਵੀ ਇੱਥੇ ਹੀ ਆਉਣਗੇ, ਆਖੋ ਸਤਨਾਮ ਸ੍ਰੀ। ਮੇਰਾ ਵੀ ਮਨ ਸੀ ਵੀ ਪਾਤਸ਼ਾਹ ਇੱਥੇ ਹੀ ਆ ਕੇ ਡੇਰਾ ਪਾ ਲੈਣ, ਆਹ ਜਗ੍ਹਾ ਪਸੰਦ ਆ ਜਾਵੇ। ਤੇ ਤੁਸੀਂ ਮਹਾਰਾਜ ਮੇਰੇ ਮਨ ਦੀ ਵੀ ਜਾਣ ਲਈ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮੇਰੀ ਸ਼ਰਧਾ ਪੂਰੀ ਕਰ ਦਿੱਤੀ ਹੈ। ਇਹਾਂ ਲਗ ਹਦ ਹਮ ਕਰੀ ਰੇ ਪਸੰਗ ਬਦ। ਇਹ ਮਹਾਰਾਜ ਇੱਥੋਂ ਤੱਕ ਅਸੀਂ ਆਪਣੇ ਦੁਸ਼ਮਣ, ਆਪਣੇ ਵਿਰੋਧੀ ਰਾਜਾ ਫਤਿਹ ਸ਼ਾਹ ਨਾਲ ਹੱਦ ਬੰਨੀ ਹੋਈ ਹੈ। ਇਹ ਸਾਡੇ ਰਾਜ ਦੀ ਹੱਦ ਹੈ। ਇੱਧਰ ਮੇਰਾ ਇਲਾਕਾ ਹੈ ਤੇ ਉਹ ਜਮਨਾ ਦਾ ਪਰਲਾ ਕਿਨਾਰਾ ਜਿਹੜਾ ਮਹਾਰਾਜ ਜੀ, ਉੱਥੋਂ ਰਾਜਾ ਫਤਿਹ ਸ਼ਾਹ ਦੀ ਦੂਣ ਸ਼ੁਰੂ ਹੋ ਜਾਂਦੀ ਹੈ। ਖੇਤੀ ਬਾਰ ਜਿੰਦਗਾਰ ਜੰਗ ਭਇਓ ਐਲ ਹੈ। ਇਹ ਮਹਾਰਾਜ ਕਈ ਸਦੀਆਂ ਤੋਂ ਸਾਡੇ ਦੋਹਾਂ ਇਲਾਕਿਆਂ ਦਾ ਜੰਗ ਹੁੰਦਾ ਰਿਹਾ ਇੱਥੇ। ਇਹ ਜਿਹੜੀ ਪੌਂਡੇ ਦੀ ਧਰਤੀ ਮਹਾਰਾਜ ਬੈਠੇ, ਹੱਦ ਹੁੰਦੀ ਸੀ ਦੋ ਰਾਜਾਂ ਦੀ। ਇੱਕ ਰਾਜ ਦਾ ਨਾਮ ਸੀ ਸਾਰਮੋਰ, ਰਾਜਾ ਮੇਦਨੀ ਪ੍ਰਕਾਸ਼ ਦਾ ਇਲਾਕਾ, ਤੇ ਦੂਜੇ ਦਾ ਨਾਮ ਸੀ ਗੜਵਾਲ, ਟੀਰੀ ਗੜਵਾਲ। ਉਹ ਰਿਆਸਤ ਪਰ ਹੈ ਫਤਿਹ ਸ਼ਾਹ ਦੀ। ਇਹ ਗੜਵਾਲ ਰਿਆਸਤ ਤੇ ਸਾਰਮੋਰ ਰਿਆਸਤ ਦੀ ਹੱਦ ਹੈ, ਜਿੱਥੇ ਸਤਿਗੁਰੂ ਜੀ ਤੁਸੀਂ ਆ ਕੇ ਬੈਠੇ ਹੋ। ਕਈ ਵਾਰ ਇੱਥੇ ਮਹਾਰਾਜ ਜੰਗ ਹੋਏ ਨੇ ਸਾਡੇ। ਫਤਿਹ ਸ਼ਾਹ ਮਹੀਪਾਲ ਹਮ ਤੇ ਵਿਸਾਲ ਦੇਸ਼। ਮਹਾਰਾਜ ਰਾਜਾ ਫਤਿਹ ਸ਼ਾਹ ਸਾਡੇ ਨਾਲੋਂ ਵੱਡਾ ਰਾਜਾ ਹੈ। ਉਹਦੇ ਕੋਲ ਦੇਸ਼ ਵੀ ਸਾਡੇ ਨਾਲੋਂ ਜ਼ਿਆਦਾ ਹੈ ਤੇ ਫੌਜਾਂ ਵੀ ਉਹਦੇ ਕੋਲ ਜ਼ਿਆਦਾ ਨੇ ਤੇ ਵੱਡਾ ਅਮੀਰ ਰਾਜਾ ਹੈ। ਭਾਰਤ ਕਰੂਰ ਸੂਰ ਲੈ ਕੇ ਸਮੂਹ ਹੱਥ ਹੈ। ਉਹ ਆਪਣੇ ਰਾਜ ਦਾ ਹੰਕਾਰ ਕਰਕੇ ਸਾਡੇ ਤੇ ਹਮਲੇ ਕਰਦਾ। ਉਹ ਸਾਡਾ ਇਲਾਕਾ ਖੋਹਣਾ ਚਾਹੁੰਦਾ, ਪਰ ਇਸ ਹੱਦ ਤੱਕ ਸਾਡਾ ਜੰਗ ਹੁੰਦਾ ਰਿਹਾ ਹੈ। ਦੇਤ ਹੈ ਵੀ ਖਾਦ ਕੋ ਨਾ ਰਾਖੇ ਮੇਰੇ ਜਾਤ ਕੋ। ਮਹਾਰਾਜ ਰਾਜਾ ਫਤਿਹ ਸ਼ਾਹ, ਉਹਦੇ ਵੱਡੇ ਵਡੇਰੇ ਰਾਜੇ ਸਾਡੇ ਵੱਡੇ ਵਡੇਰਿਆਂ ਨੂੰ ਦੁੱਖ ਦਿੰਦੇ ਰਹੇ ਨੇ। ਉਹ ਚਾਹੁੰਦੇ ਸੀ ਵੀ ਇਹਨਾਂ ਨੂੰ ਗਰੀਬਾਂ ਨੂੰ ਦਬਾ ਲਈਏ। ਮਹਾਰਾਜ ਅਸੀਂ ਲੜਦੇ ਰਹੇ ਆਪਣੇ ਦੇਸ਼ ਵਾਸਤੇ, ਆਪਣੀ ਹੱਦ ਵਾਸਤੇ, ਆਪਣੀ ਧਰਤੀ ਵਾਸਤੇ, ਪਰ ਉਹ ਹੰਕਾਰੀ ਰਾਜਾ ਫਤਿਹ ਸ਼ਾਹ ਸਾਨੂੰ ਟਿਕਣ ਨਹੀਂ ਦਿੰਦਾ। ਵਿਰੋਧ ਪਰਿਓ ਆਦ ਕੋ ਨਾ ਹੋਦ ਕਬ ਸ਼ਾਂਤ ਹੈ। ਇਹ ਸਤਿਗੁਰੂ ਜੀ ਸਾਡਾ ਬੜਾ ਪੁਰਾਣਾ ਆਪਸ ਵਿੱਚ ਵੈਰ ਚੱਲਿਆ ਆਉਂਦਾ ਦੋ ਰਿਆਸਤਾਂ ਦਾ, ਤੇ ਇਹ ਲੜਾਈ ਮਿਟਦੀ ਨਹੀਂ, ਇਹ ਲੜਾਈ ਸ਼ਾਂਤ ਨਹੀਂ ਹੁੰਦੀ। ਜਾਂ ਤੇ ਮੈਂ ਅਰਾਧੇ ਉਰ ਆਏ ਆਪ ਬਲੀ ਗੁਰ। ਮਹਾਰਾਜ ਮੈਂ ਆਪਣੇ ਮਨ 'ਚ ਹੀ ਅਰਦਾਸ ਕੀਤੀ ਸੀ ਵੀ ਫਤਿਹ ਸ਼ਾਹ ਦੀ ਮਦਦ ਉੱਤੇ ਤਾਂ ਬੜੀ ਮਹਾਨ ਸ਼ਕਤੀ ਬਾਬਾ ਰਾਮ ਰਾਏ ਜੀ ਬੈਠੇ ਨੇ। ਮੇਰੇ ਕੋਲ ਵੀ ਕੋਈ ਮਹਾਂਪੁਰਸ਼ ਹੋਣਾ ਚਾਹੀਦਾ ਜਿਹੜਾ ਮੇਰੀ ਸਪੋਰਟ ਕਰੇ ਆਤਮਿਕ ਸ਼ਕਤੀ ਨਾਲ। ਤੇ ਮਹਾਰਾਜ ਮੇਰੀ ਅਰਾਧਨਾ ਸੁਣ ਕੇ ਤੁਸੀਂ ਆ ਗਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਧਰ ਬਾਬਾ ਰਾਮ ਰਾਏ ਜੀ ਸਪੋਰਟ ਕਰਦੇ ਨੇ ਰਾਜੇ ਫਤਿਹ ਸ਼ਾਹ ਦੀ। ਇਧਰ ਹੁਣ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਦਿਓਗੇ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਤੇ ਗਰੀਬ ਨਾਜ ਇਸੇ ਕਰਕੇ ਆਪ ਨੂੰ ਅਰਾਧਿਆ ਸੀ, ਆਏ ਆਪ ਬਲੀ ਗੁਰ। हे ਬਲੀ ਸਤਿਗੁਰੂ ਜੀ, ਆਪ ਮੇਰੀ ਅਰਦਾਸ ਸੁਣ ਕੇ ਹੀ ਆਏ ਹੋ। ਕਾਮਨਾ ਕੋ ਜਾਨ ਮਾਨ ਪੂਰੀ ਸਭ ਭਾਂਤ ਹੈ। ਆਪ ਮੇਰੇ ਮਨ ਦੀ ਕਾਮਨਾ ਪੂਰੀ ਕਰਨ ਵਾਲੇ ਹੋ, ਮੇਰੇ ਮਨ ਦੀ ਇੱਛਾ ਪੂਰੀ ਕਰਨ ਵਾਲੇ ਹੋ। ਜਿਹੜਾ ਮੈਂ ਮਨ ਵਿੱਚ ਚਾਹੁੰਦਾ ਸੀ ਨਾ, ਉਹੀ ਥਾਂ ਤੁਹਾਨੂੰ ਪਸੰਦ ਆਇਆ। ਕਿਉਂਕਿ ਇਹ ਦੋਵਾਂ ਇਲਾਕਿਆਂ ਦੀ, ਦੋਵਾਂ ਰਿਆਸਤਾਂ ਦੀ ਹੱਦ ਹੈ। ਇਧਰ ਬਾਰਡਰ ਹੈ ਸਾਡਾ, ਉਰਲੇ ਪਾਸੇ ਮੇਰਾ ਸਾਰਮੋਰ ਦਾ ਦੇਸ਼ ਹੈ ਤੇ ਪਰਲੇ ਪਾਸੇ ਜਮਨਾ ਤੋਂ ਮਹਾਰਾਜ ਫਤਿਹ ਸ਼ਾਹ ਗੜਵਾਲੀਏ ਦੀ ਰਿਆਸਤ ਹੈ। ਹੱਦ ਪੈ ਨਵੇਸ਼ ਕੀਨ ਭਇਓ ਸਭ ਤਰਾਸ ਹੀ। ਮਹਾਰਾਜ ਤੁਸੀਂ ਦੋਵਾਂ ਰਿਆਸਤਾਂ ਦੇ ਬਾਰਡਰ ਤੇ ਆ ਕੇ ਬੈਠ ਗਏ ਹੋ, ਹੱਦ ਤੇ ਆ ਕੇ ਬੈਠ ਗਏ ਹੋ। ਹੁਣ ਮੇਰਾ ਸਾਰਾ ਡਰ ਖਤਮ ਹੋ ਗਿਆ। ਜਦੋਂ ਤੁਸੀਂ ਰਾਖੇ ਹੋ ਗਏ ਮੇਰੀ ਹੱਦ ਦੇ, ਫਿਰ ਮੇਰੇ ਦੇਸ਼ ਨੂੰ ਕੋਈ ਖਤਰਾ ਨਹੀਂ ਹੋਵੇਗਾ। ਮੋਗੋ ਦਾਸ ਚੀਨ ਪਾਸ ਲੀਨ ਪਾਸ ਖਿਆਤ ਹੈ। हे ਮਹਾਰਾਜ ਤੁਸੀਂ ਮੇਰੇ ਕੋਲ ਵਸ ਗਏ ਹੋ ਨਾ, ਹੁਣ ਮੈਨੂੰ ਇਹਦਾ ਹੌਸਲਾ ਹੋ ਗਿਆ। ਹੁਣ ਮੈਨੂੰ ਕਿਸੇ ਦੁਸ਼ਮਣ ਦੀ ਪਰਵਾਹ ਨਹੀਂ। ਹੁਣ ਫਤਿਹ ਸ਼ਾਹ ਹੋਵੇ, ਭਾਵੇਂ ਉਹਦਾ ਪਿਓ ਹੋਵੇ, ਚੜ ਕੇ ਆ ਜਾਵੇ, ਮੈਨੂੰ ਪਤਾ ਵੀ ਮੇਰੇ ਨਾਲ ਕਲਗੀਧਰ ਪਾਤਸ਼ਾਹ ਬੈਠੇ ਨੇ, ਫਿਰ ਮੈਨੂੰ ਕੋਈ ਖਤਰਾ ਨਹੀਂ ਹੋਵੇਗਾ। ਸੁਨ ਕੈ ਨਰਿੰਦ ਪੀਰ ਸ੍ਰੀ ਗੋਬਿੰਦ ਸਿੰਘ ਪੀਰ। ਰਾਜੇ ਮੇਦਨੀ ਪ੍ਰਕਾਸ਼ ਦਾ ਦੁੱਖ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਈ ਕਹਿ ਧੀਰ ਜੋ ਲੋ ਹਮ ਥਿਰੈ ਥਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਤੂੰ ਹੌਸਲਾ ਰੱਖ, ਧੀਰਜ ਰੱਖ, ਜਿੰਨਾ ਚਿਰ ਅਸੀਂ ਇੱਥੇ ਬੈਠੇ ਹਾਂ। ਕੌਣ ਸੀਸ ਧਾਰੇ ਦੋਏ ਆਏ ਕੇ ਸਮੁਖ ਹੋਏ। ਕਿਹੜਾ ਮਾਈ ਦਾ ਲਾਲ ਹੈ ਜਿਹਦੇ ਸਿਰ ਤੇ ਦੋ ਸਿਰ ਹੋਣਗੇ? ਦੋ ਸਿਰਾਂ ਵਾਲਾ ਹੀ ਆਏਗਾ ਨਾ, ਦੋ ਸਿਰ ਕਿਸੇ ਦੇ ਹੁੰਦੇ ਕੋਈ ਨਹੀਂ। ਮਹਾਰਾਜ ਕਹਿੰਦੇ ਜਿਹੜਾ ਕੌਣ ਸੀਸ ਧਾਰੇ ਦੋਏ, ਕਿਹੜਾ ਜਿਹੜਾ ਦੋ ਸਿਰ, ਇੱਕ ਸਿਰ ਵੱਢਿਆ ਜਾਵੇ ਤੇ ਦੂਜਾ ਵਰਤ ਲਵਾਂਗਾ?
ਕਹਿੰਦੇ ਇਹੋ ਜਿਹਾ ਕੋਈ ਹੈ ਨਹੀਂ, ਤੇ ਆਏ ਕਿਸ ਮੁਖ ਹੋਏ ਜਿਹੜਾ ਸਾਡੇ ਸਾਹਮਣੇ ਅੜੇਗਾ। ਤੀਰ ਨ ਭਰੋਏ ਰਿਪ ਘਰੋਂ ਕੰਮ ਸਾਨ ਮੈਂ। ਮਹਾਰਾਜ ਕਹਿੰਦੇ ਤੀਰਾਂ ਨਾਲ ਪਰੋ ਛੱਡਾਂਗੇ, ਮੈਦਾਨੇ ਜੰਗ ਵਿੱਚ ਲਥੇਰ ਪਥੇਰ ਕਰ ਦਿਆਂਗੇ ਜਿਹੜਾ ਤੇਰੇ ਤੇ ਚੜ ਕੇ ਆਵੇਗਾ। ਬਾਪਰ ਅਪਰ ਇਨ ਗਿਣਤੀ ਬਖਾਨੇ ਕਾ। ਮਹਾਰਾਜ ਕਹਿੰਦੇ ਵਿਚਾਰੇ ਫਤਿਹ ਸ਼ਾਹ ਵਰਗੇ ਤੇ ਕੁਛ ਵੀ ਨਹੀਂ ਹਨ। ਲਰ ਜਿਨ ਰੰਗ ਸਾਰੇ ਰੰਗ ਦੇ ਹਾਨ ਮੈਂ। ਜੇ ਔਰੰਗਾ ਵੀ ਚੜ ਕੇ ਆ ਜਾਵੇ ਦਿੱਲੀ ਦਾ ਬਾਦਸ਼ਾਹ, ਤੇ ਉਹਦੇ ਵੀ ਰੰਗ ਲਾ ਦੇਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਰੇ ਜੇ ਰੰਗ ਸਾਰੇ ਰੰਗ ਦੇ ਹਾਨ ਮੈਂ। ਮਾਰੇ ਕਹਿੰਦੇ ਮੈਂ ਉਹਦੇ ਵੀ ਰੰਗ ਹਾਨ ਕਰ ਦਿਆਂਗਾ, ਰੰਗ ਲਾ ਸੁੱਟਾਂਗਾ ਸਾਰੇ ਔਰੰਗਜ਼ੇਬ ਦੇ। ਅਬਦਾਨ ਦੀਨ ਰੋਹ ਸੁਖ ਮੈਂ ਅਸੀਨ ਆਪ। ਮਹਾਰਾਜ ਨੇ ਨਿਰਭੈ ਦੇਤਾ, ਤੂੰ ਡਰੀ ਨਾ, ਹੁਣ ਤੇਰੇ ਨਾਲ ਖੜੇ ਆ, ਕਿਸੇ ਗੱਲ ਦੀ ਚਿੰਤਾ ਨਾ ਕਰੀ, ਸੁੱਖ ਨਾਲ ਸੌਂ ਜਾ ਕੇ ਘਰ। ਹੁਣ ਸਾਨੂੰ ਫਿਕਰ ਹੈ, ਅਸੀਂ ਤੇਰੀ ਸੰਭਾਲ ਕਰਾਂਗੇ। ਹੁਣ ਤੇਰੇ ਦੇਸ਼ ਤੇ ਕੋਈ ਰਾਜਾ ਹਮਲਾ ਕਰ ਨਹੀਂ ਸਕੇਗਾ। ਚਿੰਤ ਤੇ ਬਹੀਨ ਕਾਨ ਆਨ ਕੀ ਨਾ ਮਾਨ ਮੈਂ। ਮਹਾਰਾਜ ਕਹਿੰਦੇ ਮਨ ਵਿੱਚ ਕਿਸੇ ਦੀ ਕਾਣ ਨਾ ਰੱਖੀ, ਕਿਸੇ ਦੀ ਪਰਵਾਹ ਨਾ ਕਰੀ, ਨਿਡਰ ਹੋ ਜਾ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ। ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਪਰ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ। ਸਵਈਆ ਬਾਗ ਬਿਲਾਸ ਪ੍ਰਭੂ ਇਮ ਕੀਨ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ। ਨਰਿੰਦ ਬਲਿੰਦ ਆਨੰਦ ਕਿਓ। ਔਰ ਰਾਜਾ ਮੇਦਨੀ ਪ੍ਰਕਾਸ਼ ਮਹਾਰਾਜ ਦੇ ਨਿਰਭੈਤਾ ਵਾਲੇ ਦਲੇਰੀ ਵਾਲੇ ਬਚਨ ਸੁਣ ਕੇ ਬੜਾ ਖੁਸ਼ ਹੋ ਗਿਆ। ਭੀਰ ਬਹੀਰ ਕੀ ਮਾਰਗ ਤੇ। ਕਹਿੰਦੇ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਹੀਰ ਆ ਰਹੀ ਸੀ ਨਾ, ਗੱਡਿਆਂ ਤੇ ਰੇੜਿਆਂ ਤੇ, ਮਾਤਾ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਉਹ ਜਿਹੜਾ ਮਹਾਰਾਜ ਪਰਿਵਾਰ ਪਿੱਛੋਂ ਆ ਰਿਹਾ ਸੀ, ਉਹ ਵੀ ਆ ਪਹੁੰਚਿਆ। ਸਮੁਦਾਇ ਸਮਾਜ ਪਹੁੰਚ ਗਏ। ਕਿਉਂਕਿ ਮਹਾਰਾਜ ਤਾਂ ਘੋੜਿਆਂ ਤੇ ਸਾਰਾ ਇਲਾਕਾ ਘੁੰਮ ਕੇ ਆਏ ਸਨ, ਹੁਣ ਜੰਗਲਾਂ ਵਿੱਚ ਪਰਿਵਾਰ ਨੂੰ ਥੋੜਾ ਨਾਲ ਲੈ ਕੇ ਜਾਣਾ ਸੀ। ਉਹ ਉਹਨਾਂ ਨੂੰ ਕਹਿਤਾ ਸੀ ਵੀ ਜਿੱਥੇ ਅਸੀਂ ਠਹਿਰਾਂਗੇ ਤੁਹਾਨੂੰ ਉੱਥੇ ਬੁਲਾ ਲਵਾਂਗੇ। ਜਦੋਂ ਪੌਂਟੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਾ ਖਲੋਤੇ ਹਨ, ਉਹ ਜਗ੍ਹਾ ਪਸੰਦ ਕਰ ਲਈ ਹੈ, ਤੇ ਸਤਿਗੁਰਾਂ ਦਾ ਸਾਰਾ ਪਰਿਵਾਰ, ਉਹ ਉਦਾਸੀ ਮਹਾਤਮਾ 500 ਸਾਧੂ ਸੰਤ ਅਤੇ ਬਾਕੀ ਸੰਗਤਾਂ ਸਾਰੀਆਂ ਸ੍ਰੀ ਪੌਂਟੇ ਸਾਹਿਬ ਪਹੁੰਚ ਗਈਆਂ ਹਨ। ਕੀਨ ਨਿਵੇਸ਼ ਅਸ਼ੇਸ਼ ਹੀ ਸੈਨ। ਸਾਰੀ ਫੌਜ ਨੇ ਇੱਥੇ ਛਾਉਣੀ ਪਾ ਲਈ ਹੈ, ਡੇਰਾ ਕਰ ਲਿਆ ਹੈ, ਤੁਰੰਗ ਕੋ ਬ੍ਰਿੰਦ ਲਗਾਏ ਦਇਓ। ਔਰ ਥਾਂ ਥਾਂ ਦੇ ਘੋੜੇ ਬੰਨ੍ਹ ਦਿੱਤੇ ਹਨ। ਆਪਣੇ ਆਪਣੇ ਥਾਨ ਸਭੀ। ਔਰ ਸਾਰੇ ਸੂਰਮੇ ਆਪਣੇ ਆਪਣੇ ਤੰਬੂਆਂ ਵਿੱਚ ਆਪਣੇ ਆਪਣੇ ਆਸਨਾਂ ਤੇ ਸਜ ਗਏ ਨੇ। ਅਬ ਲੋਕ ਕੁਸ਼ਾਦ ਕੋ ਰੋਕ ਲਿਓ। ਉਹਨਾਂ ਨੇ ਖੁੱਲੀ ਥਾਂ ਵੇਖੀ ਆ, ਇੱਥੇ ਕੋਈ ਸ਼ਹਿਰ, ਕੋਈ ਪਿੰਡ, ਕੋਈ ਨਗਰ ਉਦੋਂ ਵਸਿਆ ਨਹੀਂ ਸੀਗਾ। ਜਮਨਾ ਦਾ ਕਿਨਾਰਾ ਸੀ ਤੇ ਥਾਂ ਬੜੀ ਸੋਹਣੀ ਪੱਧਰੀ ਸੀ। ਸਿੰਘਾਂ ਨੇ ਥਾਂ ਥਾਈ ਛਾਉਣੀਆਂ ਪਾ ਦਿੱਤੀਆਂ, ਤੰਬੂ ਲਾ ਦਿੱਤੇ, ਡੇਰੇ ਗੱਡ ਦਿੱਤੇ। ਕਬਿਤ ਤਨ ਦਿਨ ਚਾਨਣੀ ਚਕੋਦ ਚਰ ਚੌਹੁ ਦਿਸ਼। ਕਹਿੰਦੇ ਬੜੀ ਸੋਹਣੀ ਚਾਨਣੀ ਤਾਣ ਦਿੱਤੀ ਆ ਚਾਰੇ ਪਾਸੇ। ਝਾਲਰ ਜ਼ਰੀ ਕੀ ਗਨ ਲਰੀ ਮੁਖ ਤਾਨ ਕੀ। ਜਿਸ ਚਾਨਣੀ ਨੂੰ ਜਰੀਦਾਰ ਝਾਲਰਾਂ ਲੱਗੀਆਂ ਨੇ, ਮੋਤੀ ਲਟਕਦੇ ਨੇ। ਰੇਸ਼ਮ ਕੀ ਡੋਰ ਨਸੋਂ ਐਜ ਕਰ ਜੋਰ ਨਸੋਂ। ਔਰ ਚਾਨਣੀ ਨੂੰ ਬੰਨਣ ਵਾਲੇ ਜਿਹੜੀਆਂ ਡੋਰਾਂ ਨੇ, ਉਹ ਵੀ ਰੇਸ਼ਮ ਦੀਆਂ ਨੇ। ਰੇਸ਼ਮ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਚਾਨਣੀ ਲਾਈ ਹੈ। ਬੰਦ ਚੌਹੁ ਔਰ ਨਸੋ ਗਾੜੀ ਕੈ ਮਹਾਨ ਕੀ। ਚਾਰੇ ਪਾਸਿਓਂ ਕੱਸ ਕੇ ਬੰਨਿਆ ਬੜੀ ਤਗੜਾਈ ਦੇ ਨਾਲ। ਦੰਬੁ ਜੁਗ ਦੰਬ ਆੜ ਦਿਨ ਹੈ ਬਿਲੰਬ ਬਿਨ। ਬਹੁਤ ਸਾਰੇ ਤੰਬੂ ਗੱਡ ਦਿੱਤੇ ਨੇ ਸਿੱਖਾਂ ਨੇ। ਤਾਨੀ ਹੈ ਬਨਾਤ ਕੀ ਕਨਾਤ ਓਟ ਥਾਨ ਕੀ। ਔਰ ਬਹੁਤ ਸੋਹਣੀਆਂ ਕਨਾਤਾਂ ਲੱਗ ਗਈਆਂ ਨੇ, ਤੰਬੂ ਲੱਗ ਗਏ ਨੇ। ਲੈਨ ਹੈ ਕਿ ਕਾਨ ਕੀ ਸੁਹਾਏ ਦੁਤ ਵਾਨ ਕੀ। ਔਰ ਇੱਕ ਲੰਮਾ ਰੱਸਾ ਬੰਨ ਕੇ, 2 ਰੱਸੇ ਬੰਨੇ ਗਏ, ਉਹਦੇ ਨਾਲ ਅਗਲੇ ਪਾਸੇ ਘੋੜਿਆਂ ਦੀ ਅਗਾੜੀ ਪਾਤੀ ਤੇ ਪਿਛਲੇ ਰੱਸੇ ਨਾਲ ਘੋੜਿਆਂ ਦੀ ਪਿਛਾੜੀ ਪਾਤੀ। ਕਿਉਂਕਿ ਘੋੜਿਆਂ ਨੂੰ, ਇੱਕ ਘੋੜੇ ਨੂੰ ਬੰਨਣ ਲਈ 3 ਰੱਸੇ ਪਾਣੇ ਪੈਂਦੇ ਆ। ਇੱਕ ਉਹਦੇ ਗਲ ਵਿੱਚ ਪਾ ਕੇ ਅਗਲੇ ਪਾਸੇ ਬੰਨਦੇ ਨੇ, ਉਹਦੇ ਲਈ ਵੀ ਇੱਕ ਲੰਮਾ ਰੱਸਾ ਲਾ ਦਿੰਦੇ ਨੇ ਸਿੱਧਾ। ਇੱਕ ਪਾਸਿਓਂ ਕਿੱਲਾ ਕੱਢ ਕੇ, ਦੂਜੇ ਪਾਸੇ ਕਿੱਲਾ ਕੱਢ ਕੇ ਲੰਮਾ ਰੱਸਾ ਪਾ ਦਿਓ, ਤੇ ਇੱਕ ਉਹਦੇ ਕੋਈ 10 ਫੁੱਟ ਪਿਛਲੇ ਪਾਸੇ 15 ਫੁੱਟ, ਯਾਨੀ ਘੋੜੇ ਦੀ ਪੈੜਾਂ ਤੋਂ ਕੋਈ 5-7 ਫੁੱਟ ਹੋਰ ਪਿੱਛੇ ਛੱਡ ਕੇ ਫਿਰ ਲੰਮਾ ਰੱਸਾ ਬੰਨ੍ਹ ਦਿਓ। ਉਹਦੇ ਨਾਲ ਘੋੜੇ ਦੇ ਦੋਵਾਂ ਪੈਰਾਂ ਨੂੰ ਪਛਾੜੀਆਂ ਪਾ ਕੇ ਤੇ ਪਿੱਛੇ ਬੰਨਿਆ ਜਾਂਦਾ, ਤਾਂ ਕਿ ਘੋੜਾ ਅੱਗੇ ਪਿੱਛੇ ਨਾ ਹੋਵੇ, ਬਲਕਿ ਸਿੱਧਾ ਹੋ ਕੇ ਅਗਾਂਹ ਨੂੰ ਜਦੋਂ ਪੱਠੇ ਖਾਂਦਾ ਨਾ, ਘੋੜੇ ਦਾ ਕੱਦ ਲੰਮਾ ਹੁੰਦਾ ਰਹਿੰਦਾ।
ਸੋ ਘੋੜਿਆਂ ਦੀਆਂ ਅਗਾੜੀਆਂ ਪਛਾੜੀਆਂ ਦੇ ਰੱਸੇ ਸ੍ਰੀ ਪੌਂਟਾ ਸਾਹਿਬ ਗੁਰੂ ਕੇ ਸਿੱਖਾਂ ਨੇ ਲਾ ਦਿੱਤੇ ਨੇ। ਲੈਣ ਹੈ ਕਿ ਕਾਨ ਕੀ, ਕਹਿੰਦੇ ਘੋੜਿਆਂ ਦੀਆਂ ਲੈਣਾਂ ਲੱਗ ਗਈਆਂ ਨੇ, ਕਤਾਰਾਂ ਲੱਗ ਗਈਆਂ ਨੇ। ਬਨਾਏ ਬੁੱਧਵਾਨ ਕੇ ਦਿਖਾਏ ਰੰਗਵਾਨ ਕੀ। ਗੁਰੂ ਸਾਹਿਬ ਦੀ ਫੌਜਾਂ ਦੇ ਜਰਨੈਲ ਭਾਈ ਸੰਗੋ ਸ਼ਾਹ, ਅਜੀਤ ਮੱਲ, ਮਾਰੀ ਚੰਦ ਵਰਗਿਆਂ ਨੇ ਇਸ ਤਰ੍ਹਾਂ ਆਪਣੇ ਆਪਣੇ ਘੋੜੇ ਸਜਾ ਲਏ ਨੇ, ਬੰਨ੍ਹ ਦਿੱਤੇ ਨੇ। ਲਾਗਿਓ ਹੈ ਅਸ਼ੇਸ਼ ਡੇਰਾ ਉੱਠ ਕੇ ਨਰੇਸ਼ ਹੇਰਾ। ਕਹਿੰਦੇ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਡੇਰਾ ਜਮਨਾ ਦੇ ਕੰਢੇ, ਜਿੱਥੇ ਅੱਜ ਕੱਲ ਪੌਂਟਾ ਸਾਹਿਬ ਹੈ, ਲੱਗ ਗਿਆ। ਰਾਜੇ ਮੇਦਨੀ ਪ੍ਰਕਾਸ਼ ਨੇ ਵੇਖਿਆ ਥਾਂ ਥਾਂ ਗੁਰੂ ਕੇ ਸਿੱਖ ਬਾਣੀਆਂ ਪੜ੍ਹ ਰਹੇ ਸਨ, ਕੋਈ ਲੰਗਰ ਦੀ ਸੇਵਾ ਕਰ ਰਿਹਾ ਸੀ, ਕੋਈ ਸਾਧ ਸੰਗਤ ਜੀ ਘੋੜਿਆਂ ਦੀ ਮਾਲਿਸ਼ ਕਰ ਰਿਹਾ ਸੀ। ਇਸ ਤਰ੍ਹਾਂ ਥਾਂ ਥਾਂ ਰਾਜੇ ਨੇ ਵੇਖਿਆ ਹੈ। ਲੈ ਕੇ ਗੁਰ ਆਏ ਸਕੋ ਆਪ ਜਾਣ ਕੀਨਿਓ। ਤੇ ਮਹਾਰਾਜ ਦੀ ਆਗਿਆ ਲੈ ਕੇ ਰਾਜਾ ਮਹਾਰਾਜ ਨੂੰ ਕਹਿੰਦਾ ਮੈਂ ਹੁਣ ਆਪਣੇ ਆਸਣ ਤੇ ਆਰਾਮ ਕਰਾਂ। ਦੂਨ ਅਬ ਰਾਮਨੀ ਮੈਂ ਜਾਮਨੀ ਬਤੀਤ ਕਰੀ। ਸੋ ਸਾਧ ਸੰਗਤ ਜੀ ਉਸ ਸੋਹਣੀ ਦੂਣ ਦੇ ਵਿੱਚ ਪਹਿਲੀ ਰਾਤ 10ਵੇਂ ਪਾਤਸ਼ਾਹ ਤੰਬੂ ਦੇ ਵਿੱਚ ਗੁਜ਼ਾਰੀ ਹੈ। ਜਮਨਾ ਕੇ ਜਲ ਮੈਂ ਇਸ਼ਨਾਨ ਕਰ ਲੀਨਿਓ। ਤੇ ਸਵੇਰੇ ਉੱਠੇ ਨੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਕਲਗੀਧਰ ਪਾਤਸ਼ਾਹ ਨੇ ਜਮਨਾ ਵਿੱਚ ਇਸ਼ਨਾਨ ਕੀਤਾ ਹੈ। ਚਾਰ ਘੜੀ ਦਿਨ ਚਰੇ ਨਾਹਨੇ ਪਾਸ ਆਇਓ। ਜਦੋਂ 4 ਘੜੀ ਦਿਨ ਚੜ ਗਿਆ ਤੇ ਰਾਜਾ ਫੇਰ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਕੋਲ ਆ ਗਿਆ। ਵੰਦਨਾ ਕੋ ਠਾਨ ਪਗ ਪ੍ਰਭੂ ਪ੍ਰੇਮ ਪੀਨਿਓ। ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ। ਬੈਠ ਕੇ ਪ੍ਰਸੰਗ ਕੋਈ ਬੋਲਿਓ ਰਸ ਰੰਗ ਸੋਈ। ਮਹਾਰਾਜ ਦੇ ਨਾਲ ਕਈ ਬਚਨ ਬਿਲਾਸ ਕੀਤੇ ਰਾਜੇ ਨੇ। ਬੁਝਿਓ ਜੋ ਬਤਾਏ ਦੇਤ ਬਿਲਮ ਬਹੀਨਿਓ। ਮਹਾਰਾਜ ਜਿਹੜੀ ਗੱਲ ਵੀ ਰਾਜੇ ਨੂੰ ਪੁੱਛਦੇ ਨੇ ਰਾਜਾ ਹੱਥ ਜੋੜ ਜੋੜ ਕੇ ਦੱਸਦਾ ਹੈ। ਬਾਕ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ। ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਰਾਜਾ ਮੇਦਨੀ ਪ੍ਰਕਾਸ਼ ਨੂੰ ਕਹਿਣ ਲੱਗੇ, ਸੁਨੋ ਮਹਿ ਪਾਲਕ ਜਯੋ ਰੀਤ ਰਾਜਨੀਤ ਕੀ। ਮਹਾਰਾਜ ਕਹਿੰਦੇ ਸੁਣੋ ਰਾਜਾ ਮੇਦਨੀ ਪ੍ਰਕਾਸ਼, ਜੋ ਰਾਜਨੀਤੀ ਦੀ ਰੀਤੀ ਹੈ, ਜੋ ਰਾਜਨੀਤੀ ਦੀ ਮਰਜ਼ਾਦਾ ਹੈ। ਸੋਭਟ ਪ੍ਰਚੰਡ ਕੋ ਕਮੰਡ ਹੋਏ ਆਗੇ ਬਹੁ। ਕਿਉਂਕਿ ਸਾਡੇ ਕੋਲ ਫੌਜਾਂ ਨੇ, ਸ਼ਸਤਰਧਾਰੀ ਯੋਧੇ ਹਾਂ ਅਸੀਂ, ਤੇ ਸਾਡਾ ਕਿਤੇ ਨਾ ਕਿਤੇ ਜੰਗ ਹੋਣਾ ਹੀ ਹੋਣਾ ਹੈ। ਐਸੇ ਬਿਨ ਜੰਗ ਤੇ ਧਰੰਗ ਧੀਰ ਚੀਤ ਕੀ। ਮਹਾਰਾਜ ਕਹਿੰਦੇ ਜੰਗ ਤੋਂ ਬਿਨਾਂ ਸੂਰਮੇ ਟਿਕਣਗੇ ਕਿੱਥੇ? ਜਿਹੜੇ ਸ਼ਸਤਰ ਚੁੱਕੀ ਫਿਰਦੇ ਨੇ ਇਹਨਾਂ ਨੇ ਕਿਤੇ ਨਾ ਕਿਤੇ ਤੇ ਖੰਡਾ ਖੜਕਾਣਾ ਹੀ ਖੜਕਾਣਾ, ਭਾਵੇਂ ਅੱਜ ਖੜਕਾ ਦੇਣ ਭਾਵੇਂ ਕੱਲ ਖੜਕਾ ਦੇਣ। ਵਧੇ ਕੋ ਵਿਰੋਧ ਸ਼ਮ ਸ਼ੇਰ ਕੇ ਬਸਨ ਜੋਧ। ਮਹਾਰਾਜ ਕਹਿੰਦੇ ਜੋਧੇ ਸ਼ੇਰਾਂ ਵਾਂਗੂ ਰਹਿੰਦੇ ਨੇ ਤੇ ਸ਼ੇਰਾਂ ਨੇ ਤਾਂ ਜੰਗ ਕਰਨਾ ਹੀ ਕਰਨਾ ਹੈ। ਅਥ ਸ਼ਮ ਸ਼ੇਰ ਕ੍ਰੋਧ ਰੱਛਾ ਕਰੇ ਮੀਤ ਕੀ। ਅਸੀਂ ਜ਼ਾਲਮਾਂ ਨਾਲ, ਦੁਸ਼ਟਾਂ ਨਾਲ, ਵੈਰੀਆਂ ਨਾਲ ਮੱਥਾ ਲਾਵਾਂਗੇ, ਆਪਣੇ ਮਿੱਤਰਾਂ ਦੀ ਮਦਦ ਵੀ ਕਰਾਂਗੇ ਤੇ ਆਪਣੇ ਦੁਸ਼ਟਾਂ ਨੂੰ ਸੋਧਾਂਗੇ ਵੀ। ਚਾਹੀਏ ਮਵਸ ਕੋਟ ਬਨੇ ਆਪ ਪਾਸ ਹੋ। ਦੇਖੋ ਰਾਜਾ ਹੁਣ ਸਾਨੂੰ ਕਿਲਾ ਚਾਹੀਦਾ ਹੈ, ਆਖੋ ਸਤਨਾਮ ਸੇ। ਚਾਹੀਏ ਮਵਾਸ ਕੋਟ, ਦੁਸ਼ਮਣ ਚੜ ਕੇ ਆ ਜਾਵੇ, ਹਮਲਾ ਕਰੇ, ਕੋਈ ਜ਼ੋਰ ਪੈ ਜਾਵੇ, ਕਿਤੇ ਆਸਰਾ ਲੈਣਾ ਪੈ ਜਾਵੇ ਤੇ ਸਾਨੂੰ ਆਪਣੇ ਬਚਾਅ ਲਈ, ਆਪਣੀ ਸੇਫਟੀ ਲਈ, ਫੌਜ ਦੇ ਰਾਖੀ ਵਾਸਤੇ ਕਿਲਾ ਜ਼ਰੂਰੀ ਚਾਹੀਦਾ ਹੈ। ਰਾਸ ਦੇਰੇ ਪੂਨ ਪੂਨ ਆਸ ਧਰੈ ਜੀਤ ਕੀ। ਆ ਵੈਰੀ ਨਾਲ ਯੁੱਧ ਕਰਾਂਗੇ, ਦੁਸ਼ਮਣ ਨੂੰ ਭੈ ਦੇਾਂਗੇ ਤੇ ਜਿੱਤ ਦੀ ਆਸ ਰੱਖਾਂਗੇ ਜੇ ਕਿਲਾ ਸਾਡੇ ਕੋਲ ਹੋਵੇਗਾ। ਰੜੇ ਮੈਦਾਨ 'ਚ ਬੈਠੇ ਕਿਵੇਂ ਲੜਾਂਗੇ? ਕਿਲੇ ਦੀ ਬਹੁਤ ਜ਼ਰੂਰਤ ਹੈ। ਨਾਹਨ ਰਿੰਦ ਹਾਥ ਬੰਦ ਕੇ ਬਖਾਨਿਓ ਤਪ। ਤਾਂ ਰਾਜਾ ਮੇਦਨੀ ਪ੍ਰਕਾਸ਼ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਨ ਤਤ ਕਾਲ ਨਾ ਬਿਲਮ ਮੋਹਿ ਭਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਦੇਰੀ ਨਹੀਂ ਕਰਦਾ, ਮੈਂ ਚਾਹੁੰਦਾ ਵੀ ਤੁਹਾਡੇ ਹੁਕਮ ਦੀ ਦੇਰੀ ਹੈ, ਬਸ ਕਿਲਾ ਹੁਣੇ ਹੀ ਬਣ ਜਾਣਾ ਹੈ। ਸਗਰੇ ਅਨਿਕ ਔਰ ਪ੍ਰਜਾ ਜੀ ਦੇ ਦੇਸ਼ ਵਿੱਚ। ਮਹਾਰਾਜ ਜਿੰਨੀ ਮੇਰੀ ਫੌਜ ਹੈ, ਜਿੰਨੇ ਮੇਰੇ ਫੌਜ ਦੇ ਸਿਪਾਹੀ ਹਨ ਔਰ ਜਿੰਨੇ ਮੇਰੇ ਦੇਸ਼ ਦੇ ਲੋਕ ਹਨ, ਮੇਰੀ ਪ੍ਰਜਾ ਹੈ, ਕਰਹੁ ਬਟੋਰਨ ਪਹੁੰਚੇ ਸਹਸਾਏ ਹੈ। ਮੈਂ ਸਾਰਿਆਂ ਨੂੰ ਬੁਲਾ ਲੈਣਾ। ਬੱਚਾ ਬੱਚਾ ਮੇਰਾ ਦੇਸ਼ ਦਾ ਕੰਮ ਕਰੇਗਾ, ਤੁਹਾਡਾ ਕਿਲਾ ਛੇਤੀ ਤੋਂ ਛੇਤੀ ਬਣ ਜਾਏਗਾ। ਕਰੀਏ ਕਾਰਨ ਮਜੂਰ ਔਰ ਕਾਰੀਗਰ। ਬਸ ਗੁਰੂ ਸਾਹਿਬ ਆਪ ਜੀ ਹੁਕਮ ਲਾ ਦਿਓ, ਮੈਂ ਹੁਣੇ ਹੀ ਕਾਰੀਗਰਾਂ ਨੂੰ ਤੇ ਮਜ਼ਦੂਰਾਂ ਨੂੰ, ਜਿਹੜੇ ਬਣਾਉਂਦੇ ਨੇ ਮਕਾਨ, ਕਿਲੇ ਬਣਾਉਂਦੇ ਨੇ, ਉਹਨਾਂ ਨੂੰ ਸੱਦ ਲੈਂਦਾ ਹਾਂ। ਸੁਨ ਬੇਤੇ ਜਹਾਂ ਕਹਾਂ ਆਏ ਉਤ ਲਾਏ ਹਨ। ਬਸ ਮੈਂ ਹੁਣੇ ਹੁਕਮ ਦਿੰਦਾ, ਜਿੱਥੇ ਕਿੱਥੇ ਵੀ ਕਾਰੀਗਰ ਹਨ, ਮਜ਼ਦੂਰ ਹਨ, ਰਾਜ ਹਨ, ਮਿਸਤਰੀ ਹਨ, ਆ ਜਾਣਗੇ। ਆਪਨ ਲਗਾਵੋ ਸੈਨ ਸ਼ੀਗਰ ਹੋਏ ਤਿਆਰ ਐਨ। ਮਹਾਰਾਜ ਮੈਂ ਆਪਣੀ ਫੌਜ ਲਾ ਦਿਆਂਗਾ ਤੇ ਆਪਣੀ ਫੌਜ ਨੂੰ ਬਲ ਦੇ ਕੇ ਆਪ ਕਿਰਪਾ ਕਰਕੇ ਕਾਰਜ ਕਰਾ ਲਓ, ਘਰ ਤੁਹਾਡਾ ਬਣ ਜਾਵੇ, ਕਿਲਾ ਵੀ ਤੁਹਾਡਾ ਬਣ ਜਾਵੇ। ਹਮੇ ਕਹੂੰ ਭੈਨਾ ਰਿਪ ਤਰਾਸ ਕਰਨੇ ਪਾਏ ਹਨ। ਮਹਾਰਾਜ ਹੁਣ ਤੁਹਾਡੇ ਹੁੰਦਿਆਂ ਕਿਸੇ ਦੁਸ਼ਮਣ ਦਾ ਡਰ ਨਹੀਂ।
ਜੇ ਮੈਂ ਤੁਹਾਡੇ ਤੋਂ ਬਿਨਾਂ ਇੱਥੇ ਕਿਲਾ ਬਣਾਉਣਾ ਚਾਹੁੰਦਾ ਨਾ ਪੌਂਟੇ ਵਿੱਚ, ਤੇ ਮਹਾਰਾਜ ਮੈਨੂੰ ਫਤਿਹ ਸ਼ਾਹ ਨੇ ਕਿਲਾ ਪਾਣ ਨਹੀਂ ਸੀ ਦੇਣਾ। ਹੁਣ ਮੈਨੂੰ ਪਤਾ ਹੈ ਵੀ ਤੁਹਾਡੇ ਹੁੰਦਿਆਂ ਮੈਨੂੰ ਡਰ ਕੋਈ ਨਹੀਂ, ਤੇ ਸਤਿਗੁਰੂ ਜੀ ਕਿਰਪਾ ਕਰੋ, ਆਪ ਹੁਕਮ ਦਿਓ ਤੇ ਬਸ ਕੱਲ ਹੀ ਕੰਮ ਸ਼ੁਰੂ ਕਰਵਾ ਦਿਆਂਗਾ। ਸਵਈਆ ਸ੍ਰੀ ਕਲਗੀਧਰ ਸੋ ਕਹਿ ਕੇ। ਇਸ ਤਰ੍ਹਾਂ ਰਾਜੇ ਮੇਦਨੀ ਪ੍ਰਕਾਸ਼ ਨੇ ਸ੍ਰੀ ਪੌਂਟਾ ਸਾਹਿਬ ਦੇ ਕਿਲੇ ਦਾ ਗੁਰੂ ਸਾਹਿਬ ਤੋਂ ਹੁਕਮ ਲੈ ਲਿਆ ਤੇ ਮਹਾਰਾਜ ਨੂੰ ਕਹਿ ਦਿੱਤਾ ਵੀ ਮਹਾਰਾਜ ਤੁਸੀਂ ਫਿਕਰ ਨਾ ਕਰੋ, ਮੇਰੀ ਸਾਰੀ ਪ੍ਰਜਾ ਸੇਵਾ ਕਰੇਗੀ, ਮੇਰੀ ਸਾਰੀ ਫੌਜ ਸੇਵਾ ਕਰੇਗੀ ਤੇ ਗੁਰੂ ਕੇ ਸਿੱਖ ਵੀ ਸੇਵਾ ਕਰਨਗੇ, ਛੇਤੀ ਤੋਂ ਛੇਤੀ ਕਿਲਾ ਖੜਾ ਕਰ ਦਿਆਂਗੇ। ਸਭ ਗਰਾਬਨ ਮੈਂ ਤਤਕਾਲ ਬਿਠਾਏ। ਔਰ ਸਾਰੇ ਪਿੰਡਾਂ ਦੇ ਵਿੱਚ ਸਾਧ ਸੰਗਤ ਜੀ ਬੰਦੇ ਭੇਜ ਕੇ ਹੁਕਮਨਾਮੇ ਰਾਜੇ ਨੇ ਭੇਜ ਤੇ ਆਪਣੀ ਪ੍ਰਜਾ ਨੂੰ ਸੱਦਾ ਭੇਜ ਦਿੱਤਾ। ਮਾਨਵ ਬ੍ਰਿੰਦ ਬਟੋਰਨ ਕੀਨ। ਉਹਨੇ ਆਪਣੇ ਦੇਸ਼ ਦੇ ਸਾਰੇ ਬੰਦੇ ਇਕੱਠੇ ਕਰ ਲਏ, ਮਿਸਤਰੀ ਰਾਜ ਜਿਹੜੇ ਵੀ ਕੰਮ ਕਰ ਸਕਦੇ ਸਨ, ਦਿਹਾੜੀ ਮਜ਼ਦੂਰੀ ਕਰਨ ਵਾਲਾ, ਜਿਹੜੇ ਭਾਰ ਚੁੱਕ ਸਕਦੇ ਸਨ, ਜਿਹੜੇ ਸੇਵਾ ਕਰ ਸਕਦੇ ਸਨ, ਉਹਦੇ ਨਿਜ ਦੇਸ਼ ਮੈਂ ਸਾਰੇ ਬੁਲਾਏ। ਜਿਹੜੇ ਉਹਦੇ ਦੇਸ਼ ਵਿੱਚ ਸਨ ਸਾਰੇ ਮਿਸਤਰੀ ਤੇ ਕਾਰੀਗਰ ਸੱਦ ਲਏ। ਆਏ ਹਜ਼ਾਰਨ ਕੋਟ ਬਣਾਵਨ। ਔਰ ਹਜ਼ਾਰਾਂ ਹੀ ਲੋਕ ਪਹਾੜੀਏ ਆ ਗਏ ਕਿਲਾ ਬਣਾਉਣ ਵਾਸਤੇ, ਜਿਹੜੇ ਪੱਥਰਾਂ ਦੀ ਕਟਾਈ ਕਰਦੇ ਨੇ, ਪੱਥਰਾਂ ਦੀ ਕਟਿੰਗ ਕਰਕੇ ਫਿਰ ਪੱਥਰਾਂ ਨੂੰ ਜੋੜਦੇ ਨੇ, ਜਿਹੜੇ ਪੱਥਰਾਂ ਦੀ ਢੁਆਈ ਕਰਦੇ ਨੇ, ਜਿਹੜੇ ਚੂਨਾ ਤਿਆਰ ਕਰਦੇ ਨੇ, ਉਹ ਸਾਰੇ ਹੀ ਕਾਰੀਗਰ ਤੇ ਮਿਸਤਰੀ ਸੱਦ ਲਏ। ਬ੍ਰਿੰਦ ਮਜ਼ਦੂਰ ਸੁਨੇ ਚਲ ਆਏ। ਹਜ਼ਾਰਾਂ ਮਜ਼ਦੂਰ ਦਿਹਾੜੀ ਦੇ ਲਾਲਚ ਨੂੰ ਵੀ ਆ ਗਏ, ਜਿਨ੍ਹਾਂ ਨੂੰ ਰਾਜੇ ਨੇ ਕਿਹਾ ਵੀ ਪੈਸੇ ਮਿਲਣਗੇ, ਦਿਹਾੜੀ ਮਿਲੇਗੀ, ਉਹ ਵੀ ਆ ਗਏ। ਜਿਹੜੇ ਕਹਿੰਦੇ ਸੀ ਅਸੀਂ ਦਿਹਾੜੀ ਨਹੀਂ ਲੈਣੀ, ਗੁਰੂ ਦੀ ਸੇਵਾ ਹੀ ਕਰਨੀ ਹੈ, ਉਹ ਸ਼ਰਧਾਲੂ ਵੀ ਆ ਗਏ। ਭੀੜ ਭਈ ਗੁਰ ਦੇਗ ਚੱਲੈ। ਸਾਧ ਸੰਗਤ ਜੀ ਹਜ਼ਾਰਾਂ ਦੀ ਭੀੜ ਹੋ ਗਈ। ਜਿੱਥੇ ਕਲਗੀਧਰ ਪਾਤਸ਼ਾਹ ਜਾ ਬੈਠੇ ਉੱਥੇ ਫਿਰ ਮੇਲੇ ਲੱਗ ਗਏ। ਕਹਿੰਦੇ ਹੁਣ ਗੁਰੂ ਦਾ ਲੰਗਰ ਪੱਕਣ ਲੱਗਾ। ਕਿੰਨਾ? ਹਜ਼ਾਰਾਂ ਲੋਕਾਂ ਵਾਸਤੇ ਰੋਜ਼ ਲੰਗਰ ਪੱਕਦਾ, ਤੋਟ ਨਹੀਂ ਆਉਂਦੀ। ਜਿਵੇਂ ਗੁਰੂ ਘਰ ਦੀ ਮਰਜ਼ਾਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ 'ਚ ਅੱਜ ਵੀ ਸਾਧ ਸੰਗਤ ਜੀ ਜਾ ਕੇ ਵੇਖੋ 2 ਲੱਖ ਤੋਂ ਵੱਧ ਲੋਕ ਰੋਜ਼ ਪ੍ਰਸ਼ਾਦਾ ਛਕਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਇਹ ਗੁਰੂ ਰਾਮਦਾਸ ਦੀ ਵਡਿਆਈ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ। ਤੋ ਆ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਦਾ ਲੰਗਰ ਵਰਤਣ ਲੱਗਾ ਹੈ। ਬਿਨ ਤੋਟ ਰਹਿ ਪਿਖ ਕੈ ਬਿਸਮਾਏ। ਤੇ ਗੁਰੂ ਦੇ ਲੰਗਰ 'ਚ ਤੋਟ ਨਹੀਂ ਆਉਂਦੀ, ਤੋਟ ਨਾ ਆਵੇ ਵੱਧੋ ਜਾਈ। ਸੋ ਮਹਾਰਾਜ 10ਵੇਂ ਪਾਤਸ਼ਾਹ ਦਾ ਇਤਨਾ ਅਖੁੱਟ ਖਜ਼ਾਨਾ ਵਰਤਿਆ। 12 ਦਿਨਾਂ ਵਿੱਚ ਕਿਲਾ ਤਿਆਰ ਹੋ ਗਿਆ। 12 ਦਿਨਾਂ ਵਿੱਚ ਤਾਂ ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਜੇ ਆਪਾਂ ਰਸੋਈ ਬਣਾਈਏ ਨਾ ਉਹ ਵੀ ਨਹੀਂ ਬਣਦੀ, ਪਰ ਗੁਰੂ ਪਾਤਸ਼ਾਹ ਦੀ ਕਲਾ ਐਸੀ ਸੀ, ਰਾਜੇ ਮੇਦਨੀ ਪ੍ਰਕਾਸ਼ ਦੀ ਸ਼ਰਧਾ ਐਸੀ ਸੀ ਕਿ ਮਹਾਰਾਜ 10ਵੇਂ ਪਾਤਸ਼ਾਹ ਦਾ ਘਰ, ਉਹਨਾਂ ਦੀ ਰਿਹਾਇਸ਼ ਕਿਲਾ ਸ੍ਰੀ ਪੌਂਟੇ ਸਾਹਿਬ ਦਾ 12ਵੇਂ ਦਿਨ ਖੜਾ ਹੋ ਗਿਆ ਸੀ ਤੇ ਮਹਾਰਾਜ ਉੱਥੇ ਆਪਣੀ ਰਿਹਾਇਸ਼ ਕਰ ਲਈ ਸੀ। ਸਣੇ ਪਰਿਵਾਰ ਪੂਜਨੀਕ ਮਾਤਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਮਹਾਰਾਜ ਦੇ ਮਹਿਲ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਇੱਥੇ ਨਿਵਾਸ ਕੀਤਾ। 4 ਸਾਲ ਮਹਾਰਾਜ ਪੌਂਟਾ ਸਾਹਿਬ ਰਹੇ ਹਨ। ਬਹੁਤ ਸਾਰੀ ਬਾਣੀ 10ਵੇਂ ਪਾਤਸ਼ਾਹ ਨੇ ਪੌਂਟਾ ਸਾਹਿਬ ਵਿਖੇ ਲਿਖੀ ਹੈ। ਹਜੂਰ ਲਿਖਦੇ ਨੇ 17 ਸਹਿ 45 ਮੈਂ ਸਾਵਣ ਸੁਧ ਥਿਤ ਦੀਪ, ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ, 10ਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸ਼ਨਾ ਨਾਏ ਪ੍ਰਭ ਧਰਮ ਜੁਧ ਕੇ ਚਾਏ। ਬੇਅੰਤ ਬਾਣੀਆਂ ਸਤਿਗੁਰੂ ਜੀ ਨੇ ਪੌਂਟਾ ਸਾਹਿਬ ਰਚੀਆਂ। ਬੜੇ ਬੜੇ ਵਿਦਵਾਨ ਕਵੀਆਂ ਕੋਲੋਂ ਕਲਗੀਧਰ ਪਾਤਸ਼ਾਹ ਨੇ ਚਮਤਕਾਰੀ ਅਰਥ ਕਰਾਏ। ਕਵੀ ਚੰਦਨ ਇੱਥੇ ਮਹਾਰਾਜ ਦੇ ਕੋਲ ਰਹਿੰਦਾ ਸੀ। ਇੱਕ ਦਿਨ ਮਹਾਰਾਜ ਕੋਲ ਕਵੀ ਦਰਬਾਰ ਗੁਰਦੁਆਰਾ ਪੌਂਟਾ ਸਾਹਿਬ ਦੇ ਅੰਦਰ ਪਿਛਲੇ ਪਾਸੇ ਜਮਨਾ ਦੇ ਕੰਢੇ ਤੇ ਬਣਿਆ ਹੋਇਆ। ਅਫਸੋਸ ਹੈ ਕਿ ਵਰਤਮਾਨ ਕਾਰ ਸੇਵਾ ਵਾਲੇ ਬਾਬਿਆਂ ਨੇ ਉਹ ਵੀ ਚੁੱਕ ਕੇ 7ਵੇਂ ਸਮਾਨ ਤੇ ਪਹੁੰਚਾਤਾ, ਜਿੱਥੇ ਅਸਲੀ ਥਾਂ ਸੀ ਉਹ ਥੱਲੇ ਛੱਡ ਦਿੱਤੀ ਹੈ। ਪਰ ਉਹ ਜਮਨਾ ਦੇ ਕੰਢੇ ਤੇ ਬੜੀ ਰਮਣੀਕ ਜਗ੍ਹਾ ਸੀ। ਉਸ ਜਗ੍ਹਾ ਤੇ ਸਾਧ ਸੰਗਤ ਜੀ ਮਹਾਰਾਜ 10ਵੇਂ ਪਾਤਸ਼ਾਹ 52 ਕਵੀਆਂ ਕੋਲੋਂ ਬੜੇ ਬੜੇ ਕਮਾਲ ਦੇ ਛੰਦ ਸੁਣਿਆ ਕਰਦੇ ਸਨ। ਇੱਕ ਦਿਨ ਕਵੀ ਚੰਦਨ ਆਇਆ, ਕਹਿਣ ਲੱਗਾ ਪਾਤਸ਼ਾਹ ਮੈਂ ਇੱਕ ਸਵਈਆ ਲਿਖਿਆ ਹੈ, ਮੇਰੇ ਸਵਈਏ ਦੇ ਅਰਥ ਕੋਈ ਕਵੀ ਤੁਹਾਡੇ ਦਰਬਾਰ ਦਾ ਨਹੀਂ ਕਰ ਸਕਦਾ। ਮਹਾਰਾਜ ਕਹਿਣ ਲੱਗੇ ਅਸੀਂ ਵੀ ਨਹੀਂ ਕਰ ਸਕਦੇ। ਹੰਕਾਰ ਚ ਆਇਆ, ਕਹਿੰਦਾ ਮਹਾਰਾਜ ਸ਼ਾਇਦ ਤੁਸੀਂ ਵੀ ਨਾ ਕਰ ਸਕੋ। ਮਹਾਰਾਜ ਕਹਿੰਦੇ ਫਿਰ ਸੁਣਾਓ ਤਾਂ ਸਹੀ।
चंदन ने सवैया सुनाया, नव सात तीए नव सात किए नव सात पिए नव सात पियाए, नव सात रचे नव सात बचे नव सात पिया मैं दायक खाए, जीत कला नव सातन की नव सातन के मुख अंचर छाए, मानो मेघ के मंडल में कभी चंदन चंद कलेवर छाए। महाराज आ मेरा सवैया दे अर्थ कोई कर दवे, हस पे कहन लगे चंदन जी इस सवैये दे अर्थ असी करिए बड़ी शर्म वाली गल होवेगी, ਇਹਦੇ अर्थ ਤਾਂ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਵੀ ਕਰ ਸਕਦੇ ਹਨ। ਕਵੀ ਚੰਦਨ ਚਿੜ ਗਿਆ, ਕਹਿਣ ਲੱਗਾ ਹੈ ਤੁਹਾਡੇ ਘੋੜਿਆਂ ਦੇ ਘਾਹ ਪਾਉਣ ਵਾਲੇ ਮੇਰੇ ਸਵਈਏ ਦੇ ਅਰਥ ਕਿਵੇਂ ਕਰ ਸਕਦੇ ਆ? ਮਹਾਰਾਜ ਕਹਿੰਦੇ ਹਾਂ ਕਰ ਸਕਦੇ ਆ, ਐਵੇਂ ਨਾ ਮਾਣ ਕਰ। ਕਹਿੰਦਾ ਫਿਰ ਕਰਾ ਦਿਓ, ਕਿਉਂਕਿ ਜਦੋਂ ਕਿਸੇ ਸੱਪ ਦੀ ਪੂਛ ਤੇ ਪੈਰ ਆ ਜਾਏ ਨਾ ਡੰਗ ਮਾਰਦਾ, ਕਰਾਓ ਫਿਰ। ਮਹਾਰਾਜ ਕਹਿੰਦੇ ਠਹਿਰੋ, ਜਾਓ ਸਾਡਾ ਘਾਈ ਹੈ ਭਾਈ ਧੰਨਾ ਸਿੰਘ, बड़ा विद्वान सी, घोड़े नूं घाह पांदा हुंदा सी, पातशाह दी सेवा करदा, शरधावान सीगा। आ गया वो हत्थ विच तंगड़ी घाह वाली ते रंबा घाह खुरचण वाला ते दातरी, वो भी नाल ही कच्छे मारी ते आ मत्था टेकिया। महाराज कहंदे धन्ना सिया जरा पंडित जी होरां दा सवैया ते सुण। कवि चंदन जी सुनाओ जरा सवैया। ते चंदन ने फिर सवैया सुनाया, नव सात तीए नव सात किए नव सात पिए नव सात पियाए। तब धन्ना सिंह अर्थ बखाना, धन्ना सिंह कहन लगा जी ये किहड़ा औखा है, 9 ते 7 9 ते 7 किन्ने हुंदे ने? 16। नव सात तीए 16 साल दी स्त्री, नौजवान लड़की। नव सात किए उन्हें 16 श्रृंगार कीते। नव सात पीए 16 सालां दा पति। नव सात पियाए 16 महीनों पिछों घर आया, विदेश गया सी किते। जदों दोवें पति पत्नी इकट्ठे होए 16 महीनों पिछों नव सात रचे, कहंदे आ चौपड़ खेड़िए। 16 नरदां दी बाजी लगदी है ना, वो जिहड़ा इदां कपड़ा जिहा विछाया हुंदा चौपड़, एक शतरंज हुंदा एक चौपड़ हुंदा। वो जो 16 नरदां वाला चौपड़ से उन्हें विछा लिया पति पत्नी ने। नव सात रचे ਉਹਦੀ बाजी रच लई, नव सात बचे उन्हें 16 नरदां मार लियां जदों पति दियां। नव सात पिया मैं दायक घाए, पति नूं हरा लिया। उन्हें आख्या दोबारा चलीए, उन्हें दोबारा गेम शुरू की। जीत कला नव सातन की, कहते फिर 16 सालां वाली नूं 16 सालां दे पति ने हरा दिता, ਉਹਦੀ कला जित लई। 16 ही नरदां जित लईआं, मार लईआं ਉਹਦੀਆਂ 16 नरदां। ਜਦੋਂ 16 नरदां मार लईआं ਤੇ ਕਹਿੰਦੇ ਨਵ ਸਾਤਨ ਕੇ ਮੁਖ ਅੰਚਲ ਛਾਏ। ਉਹ ਜਿਹੜੀ 16 ਸਾਲਾਂ ਵਾਲੀ ਸੀ ਸ਼ਰਮ ਦੇ ਨਾਲ ਘੁੰਡ ਮੂੰਹ ਸਿਰ ਨੀਵਾਂ ਕਰ ਗਈ, ਸ਼ਰਮਿੰਦੀ ਹੋ ਗਈ। ਕਹਿੰਦੇ ਮਾਨੋ ਮੇਘ ਕੇ ਮੰਡਲ में कभी ਚੰਦਨ ਚੰਦ ਕਲੇਵਰ ਛਾਏ। ਕਹਿੰਦੇ ਇਹਦਾ ਮਤਲਬ ਹੈ ਵੀ ਬੱਦਲਾਂ ਦੇ ਵਿੱਚ ਚੰਨ ਨੇ ਮੂੰਹ ਲੁਕੋ ਲਿਆ ਹੋਵੇ। ਇਦਾਂ ਉਹਨੇ ਘੁੰਡ ਕੱਢ ਲਿਆ ਕਿ ਚੰਦਨ ਕਹਿ ਰਿਹਾ ਹੈ ਕਿ ਚੰਦਰਮਾ ਨੇ ਬੱਦਲਾਂ ਦੇ ਵਿੱਚ ਆਪਣਾ ਮੂੰਹ ਲੁਕੋ ਲਿਆ, ਕਿਉਂਕਿ ਉਹਦਾ ਮੁਖ ਚੰਦਰਮਾ ਵਰਗਾ ਸੋਹਣਾ ਸੀ। यही अर्थ है ना, चंदन नूं पसीने छुट गए। कहता बिल्कुल ठीक है जी। महाराज कहते जो सवाल वार करिए तो वार झलना भी पैंदा। हुण धन्ना सिंह सवैया रचेगा, हुण धन्ना सिंह सवैया रचेगा तो चंदन जी तुसी अर्थ करोगे। फिर धन्ना सिंह की वारी आई, उन्हें 2 सवैये रचे सन। कहता मीन मरे कब, मीन मरे जल के परसे कबहू ना मरे पर पावक पाए, हाथी मरै मध के परसे कबहू ना मरै तन ताप के आए, ती मरै पत के परसे कबहू ना मरै परदेश सिधाए, गूढ़ में बात कही दिजराज विचार सकै ना बिना चित लाए। धन्ना सिंह ने जदों ये सवैया पढ़िया, चंदन कदी उतां देखे कदी थां देखे, समझ आवे कख ना, क्योंकि विच बड़ी गूढ़ी गल रखी हुई सी, बड़ा भेद रखा होया सी। सोचा पै गया, मत्थे ते पसीने आ गए चंदन नूं। महाराज कहते करो अर्थ, हुण तुहाडा ते उन्हें करते घाई ने, हुण घाई दे पंडित जी तुसी अर्थ करो। कहन लगा जी मैनूं समझ नहीं आउंदी, मैनूं कोई पल्ले नहीं पैंदी गल। महाराज कहते सीधी जी गल है, विश्राम ठीक ला लो। विश्राम ना गुरबाणी भी असीं पढ़दे आ ते विश्रामां दा ख्याल नहीं रखदे, कुछ दा कुछ ही बनाई जाने आ। विश्राम
ठीक हो जाए तो पाठ के अर्थ ठीक हो जाते, गुरबाणी के विश्राम गलत हो जाए तो अनर्थ हो जाते। इत्थे है कहते मीन मरे जल के परसे, मच्छी पानी नूं छू के मर जाती है। कहते कदी नहीं मरती जे अग विच पाईए। दसो अर्थ ठीक है? नहीं ना, क्योंकि मच्छी पानी तो जींदी है, उत्थे लिखा मर जाती है। मीन मरे जल के परसे, मच्छी पानी च मर जाती है तो अग च नहीं मरती। ये तो बड़ा अनर्थ हो गया ना। कबू ना मरै पर पावक पाए। कहते हाथी मरै मद के परसे, हाथी शराब पी के मर जाता। कहते कबू ना मरे तन ताप के आए। कहते शराब बुखार नाल नहीं मरदा। ये भी गलत है। शराब तो भावें 100 घड़ा पिया दे नहीं मरदा, क्योंकि वो अंदर ही शराब होंदी है। हाथी दियाँ दोवें गंढां विच शराब होंदी है, नेचुरली होंदी है। उन्होंने 2-4 घड़े पिया दे, उन्होंने को की होना, वो अंदर ही शराब है। जिन्हें बेचारे ने कदी पीती नहीं उन्होंने मारदी है, तो जिहड़ा रोज़ ही शराब आप ही शराबी है उन्होंने की करेगी। कहते ताप नाल मरदा हाथी, पर इत्थे लिखा कबू ना मरे तन ताप के आए, बुखार नाल नहीं मरदा। कहते ती मरै पत के परसे, इस्तरी मर जाती है पति नूं मिल के। कबू ना मरै परदेस सधाए, पति परदेस चला जाए नहीं मरदी। ये भी उल्टा है, बल्कि पति घर आवे तो वह जींदी है, पति परदेस जावे तो वह मरदी है। पर इत्थे क्या भी कोल रहन ते मरदी है, तो परदेस गया जीउंदी है। मत्थे ते पसीने आ गए, चंदन नूं समझ नहीं आई। महाराज कहते चंदन जी ये किहड़ा औखा काम सी, जदा विश्राम ठीक कर लो, विश्राम इधर ला लो, वो कबहू ना इधर ला लो पहले पासे। मीन मरै जल के परसे कबहू ना, इत्थे विश्राम ला लो। मीन मच्छी मीन मरै जल के परसे कबहू ना, समझाई भी मच्छी पानी दे छूया कदी नहीं मरती। मरै पर पावक पाए, जदों उन्होंने पानी चो कढ़ के धुप्पे रखोगे मर जाएगी, अग च पाओगे मर जाएगी, सेक नाल मर जाएगी, गर्मी नाल मर जाएगी। कहते हाथी मरै बध के परसे कबहू ना, हाथी शराब पी के कदी नहीं मरदा। कहते मरै तन ताप के आए, जदों उन्होंने ताप चढ़दा उदों मरदा। कहते ती मरै पत के परसे कबहू ना, पति कोल होवे कदी नहीं मरदी। मरै परदेस सिधाए, उदों मरदी जदों घर वाला परदेस चला जाता, उन्होंने छड्ड के चला जाता। गूढ़ में बात कही तेजराज, कहते बड़ी डूंगी गल कही है, विचार सकै ना बिना चित लाए। उस वेले चंदन भाई धन्ना सिंह दे पैरी पै गया। इस तरह के महाराज कौतक श्री पौंटा साहब की धरती ते करनगे। सो गुरु प्यारिओ, अज वैसाखी का पावन पूरब है। कलगीधर पातशाह ने सानू अमृत दिता है। अमृत पिया सतगुर दिया, 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 अमृत पिया सतगुर दिया। अवर न जाना दुआ दिया, अवर न जाना दुआ दिया, अवर न जाना दुआ दिया, अवर न जाना दुआ दिया। एको 100 अपर परंपर पर खजाना पाएंदा। वो परमेश्वर सतगुरु जी ने, कलगीधर पातशाह जी ने अज दे दिन खालसे की सिरजना की। ये विसाखी का जोड़ मेला जिमें पहला भी बेनती की है, महाराज साहब श्री गुरु अमरदास साहब के समय तो आरंभ होया, तो गुरु साहब जिथे जिथे भी रहे, सतगुरु रामदास साहब अमृतसर रहे, उत्थे गुरु अर्जन देव जी महाराज के समय भी श्री अमृतसर ही मेला लगता रहा, गोविंदवाल साहब भी लगता रहा। श्री गुरु हरगोबिंद साहब कीरतपुर साहब आए तो उत्थे भी लगन लग पिया। जिथे जिथे गुरु साहब रहे, 10वें पातशाह के समय आनंदपुर साहब लगता रहा, तो उस मेले विचों ही खालसा प्रगट होया। तो बैसाखी के दर्श पे सतगुर की वो विचार, महाराज ने खालसे की सिरजना की है। आप जिन्ने भी गुरु के चरणों 'च बैठे हाँ, आने वाले दिनों इत्थे अमर संचार
25 ਤਰੀਕ ਨੂੰ ਹੋਣਾ ਹੈ, 23 ਤਰੀਕ ਨੂੰ ਹੋਣਾ ਹੈ। ਸੋ 23 ਤਰੀਕ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ ਤੇ ਚੜ੍ਹੀਏ, ਆਪਣਾ ਜੀਵਨ ਸਫਲਾ ਕਰੀਏ। ਇਤਨੇ ਬਚਨ ਪ੍ਰਵਾਨ ਕਰਨੇ। ਸੋ ਗੁਰੂ ਸਾਹਿਬ ਜੀ ਦਾ ਜਸ ਕਰਦਿਆਂ ਹੋਇਆਂ, ਇਤਿਹਾਸ ਸੁਣਾਉਂਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।